ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਭਗਵੰਤ ਮਾਨ ਦੇ ਬਾਰੇ। ਭਗਵੰਤ ਮਾਨ ਦੇ ਬਾਰੇ ਕੁਝ ਅਜਿਹੇ ਖੁਲਾਸੇ ਹੋ ਗਏ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਗੇ ਕਿ ਭਗਵੰਤ ਮਾਨ ਵੀ ਅਜਿਹਾ ਕੁਝ ਕਰ ਸਕਦੇ ਆ। ਕੀ ਕੁਝ ਕੀਤਾ ਭਗਵੰਤ ਮਾਨ ਨੇ ਉਹ ਤੁਹਾਨੂੰ ਦੱਸਾਂਗੇ, ਵਿੱਤ ਅੰਕੜੇ ਤੁਹਾਨੂੰ ਦੱਸਾਂਗੇ। ਤਾਂ ਨਾਲ ਹੀ ਨਾਲ ਜਿਹੜੀ ਗੱਲਬਾਤ ਅਸੀਂ ਕਰਾਂਗੇ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਵੱਡੇ ਵੱਡੇ ਜਿਹੜੇ ਦਮਗਜੇ ਮਾਰਦੀ ਸੀਗੀ ਕਿ ਅਸੀਂ ਆਮਦਨੀ ਇੰਨੀ ਕਰ ਦੇਣੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਕਰਜ਼ਾ ਉਹ ਮੁਕਤ ਕਰ ਦਿਆਂਗੇ, ਕਰਜ਼ਾ ਘਟਾ ਦਿਆਂਗੇ, ਕਰਜ਼ਾ ਨਹੀਂ ਲੈਣਾ ਪਊਗਾ। ਪਰ ਇੱਕ ਇੱਕ ਕਰਕੇ ਆਪਣੀਆਂ ਗੱਲਾਂ ਤੋਂ ਸਰਕਾਰ ਜਿਹੜੀ ਉਹ ਪਲਟਦੀ ਨਜ਼ਰ ਹੈ। ਕਿਵੇਂ ਹੁਣ ਸਰਕਾਰ ਆਪਣੀਆਂ ਗੱਲਾਂ ਤੋਂ ਪਲਟੀ ਹੈ ਉਸ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਉਧਰ ਗੱਲਬਾਤ ਜਿਹੜੀ ਹੈ ਐਸਜੀਪੀਸੀ ਦੇ ਮਾਮਲੇ 'ਚ ਵੀ ਕਰਾਂਗੇ। ਅਸੀਂ ਕੁਝ ਦਿਨ ਪਹਿਲਾਂ ਧਰਮ ਪਰਿਵਰਤਨ ਨੂੰ ਲੈ ਕੇ ਖਬਰ ਕੀਤੀ ਸੀ, ਉਸ ਤੋਂ ਬਾਅਦ ਹੁਣ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਵੱਡਾ ਬਿਆਨ ਆਇਆ। ਉਸ ਬਿਆਨ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਧਾਮੀ ਸਾਹਿਬ ਦੇ ਕੋਲੋਂ ਇਹ ਬਿਆਨ ਦਬਾਇਆ ਗਿਆ ਹੋਵੇ ਤੇ ਧਾਮੀ ਸਾਹਿਬ ਨੇ ਜਿਸ ਤਰੀਕੇ ਦਾ ਬਿਆਨ ਦਿੱਤਾ ਉਹਨਾਂ ਦੇ ਪ੍ਰਧਾਨ ਹੋਣ ਤੇ ਵੀ ਵੱਡੇ ਸਵਾਲ ਉੱਠਦੇ ਨੇ। ਤੇ ਨਾਲ ਹੀ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਬੜੀਆਂ ਜ਼ਰੂਰੀ ਨੇ ਉਹ ਵੀ ਤੁਹਾਨੂੰ ਦੱਸਾਂਗੇ। ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਉਹ ਆਮ ਆਦਮੀ ਪਾਰਟੀ ਵਾਲੀ ਖਬਰ ਤੋਂ ਹੀ ਕਰਦੇ ਹਾਂ। ਤੁਹਾਨੂੰ ਚੇਤਾ ਹੋਊਗਾ ਅਣਖੀ ਸਾਹਿਬ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਹਨਾਂ ਨੇ 13 ਤਰੀਕ ਨੂੰ 10 ਤਰੀਕ ਨੂੰ ਰਿਜ਼ਲਟ ਆਇਆ, 13 ਤਰੀਕ ਨੂੰ ਇਹਨਾਂ ਨੇ ਇੱਕ ਰੋਡ ਮਾਰਚ ਜਿਹੜਾ ਰੱਖਿਆ ਸੀ, ਰੋਡ ਸ਼ੋਅ ਰੱਖਿਆ ਸੀ ਅੰਮ੍ਰਿਤਸਰ ਦੇ ਵਿੱਚ। ਤਾਂ ਆਪਾਂ ਬਾਕੀ ਮੀਡੀਆ ਨੇ ਉਹ ਖਬਰ ਜਿਹੜੀ 13 ਮਾਰਚ ਨੂੰ ਕੀਤੀ ਤਾਂ ਆਪਾਂ 12 ਮਾਰਚ ਨੂੰ ਇਹ ਖਬਰ ਕਰ ਦਿੱਤੀ ਸੀ ਸ਼ਾਮ ਨੂੰ ਕਿ 13 ਮਾਰਚ ਦੇ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਰਕਾਰੀ ਬੱਸਾਂ ਲੈ ਕੇ ਜਾ ਰਹੀ ਹੈ ਨਿੱਜੀ ਪ੍ਰੋਗਰਾਮ ਦੇ ਵਿੱਚ। ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਸਰਕਾਰ ਬਣਨ ਤੋਂ ਪਹਿਲਾਂ ਹੀ ਹੋ ਰਹੀ ਹੈ। ਤਾਂ ਉਦੋਂ ਬੜੇ ਲੋਕ ਇਹ ਗੱਲਾਂ ਕਹਿੰਦੇ ਸੀ, ਬੜੇ ਲੀਡਰ ਵੀ ਇਹ ਗੱਲਾਂ ਕਹਿਣ ਲੱਗ ਗਏ ਸੀ ਕਿ ਨਹੀਂ ਜੀ ਇਹ ਤਾਂ ਬੱਸਾਂ ਨੂੰ ਜਿਹੜਾ ਪੈਸਾ ਜਿਹੜਾ ਅਸੀਂ ਆਪਣੀ ਪਾਰਟੀ ਫੰਡ ਚੋਂ ਦਿਆਂਗੇ, ਸਰਕਾਰੀ ਪੈਸੇ ਚੋਂ ਨਹੀਂ ਖਰਚਿਆ ਜਾਊਗਾ। ਤਾਂ ਉਦੋਂ ਜਿਹੜੇ ਆਪਣੀ ਖਬਰ ਤੋਂ ਭਗਤ ਵੀ ਬੜੇ ਔਖੇ ਹੋਏ ਸੀਗੇ ਇਹਨਾਂ ਦੀ ਪਾਰਟੀ ਦੇ, ਤਾਂ ਕਿ ਇਹ ਜਾਣਬੁੱਝ ਕੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਤਾਂ ਹੁਣ ਆਰਟੀਆਈ ਰਾਹੀਂ ਖੁਲਾਸਾ ਹੋਇਆ ਅਣਖੀ ਸਾਹਿਬ ਕਿ ਉਸ 13 ਮਾਰਚ ਦੇ ਪ੍ਰੋਗਰਾਮ ਦੇ ਵਿੱਚ ਸਿਰਫ ਬੱਸਾਂ ਵਾਲਾ ਹੀ ਨਜਾਇਜ਼ ਖਰਚਾ ਨਹੀਂ ਹੋਇਆ। ਨਿੱਜੀ ਪ੍ਰੋਗਰਾਮ ਦੇ ਵਿੱਚ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਸਿਰਫ ਬੱਸਾਂ ਵਾਲਾ ਹੀ ਖਰਚਾ ਨਹੀਂ ਹੋਇਆ, ਸਗੋਂ ਦੀ ਹੋਰ ਵੀ ਬੜੇ ਖਰਚੇ ਹੋਏ ਨੇ। ਕਿਹੜੇ ਕਿਹੜੇ ਖਰਚੇ ਹੋਏ ਨੇ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦੇ ਦਿਓ। ਤਾਂ ਕਿਵੇਂ ਦੇਖਦੇ ਹੋ ਕਿ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਹੀ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ? ਬਿਲਕੁਲ ਸੁਖਵਿੰਦਰ ਜੀ, ਮੈਨੂੰ ਯਾਦ ਆ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤੇ 10 ਨੂੰ ਨਤੀਜੇ ਆਏ ਸੀ। 12 ਤਰੀਕ ਨੂੰ ਆਪਾਂ ਇਹ ਸ਼ਾਮ ਨੂੰ ਪ੍ਰੋਗਰਾਮ ਕੀਤਾ ਤੇ 13 ਤਰੀਕ ਨੂੰ ਅੰਮ੍ਰਿਤਸਰ ਵਿਖੇ ਵਿਜੇ ਯਾਤਰਾ ਨਾਮ ਸੀ ਮੇਰਾ ਖਿਆਲ ਉਸ ਪ੍ਰੋਗਰਾਮ ਦਾ, ਵਿਜੇ ਮਾਰਚ ਜਾਂ ਵਿਜੇ ਯਾਤਰਾ, ਜਿਹੜਾ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਕੀਤਾ ਗਿਆ ਤੇ ਜਿਹਦੇ ਵਿੱਚ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹ ਵੀ ਉਹਦੇ ਵਿੱਚ ਸ਼ਾਮਲ ਸੀ। ਹੁਣ ਉਸ ਸਮਾਗਮ ਦੇ ਜਿਹੜੇ ਤੱਥ ਨੇ ਕਿ ਜਿਹੜਾ ਸਰਕਾਰੀ ਖਰਚਾ ਜਿਹੜਾ ਹੋਇਆ ਉਹਦੇ ਸੰਬੰਧੀ ਇੱਕ ਆਰਟੀਆਈ ਜਿਹੜਾ ਹੈਗਾ ਕਾਰਕੁਨ ਮਾਨਸਾ ਦਾ, ਮਾਨਿਕ ਉਸਦਾ ਨਾਮ ਹੈ, ਉਹਦੇ ਆਰਟੀਆਈ ਪਾਈ ਤੇ ਸੂਚਨਾ ਦੇ ਅਧਿਕਾਰ ਤਹਿਤ ਉਹਨੇ ਜਿਹੜੇ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਆ ਉਹ 'ਚ ਬੜੇ ਅਹਿਮ ਖੁਲਾਸੇ ਜਿਹੜੇ ਨੇ ਹੋਏ ਨੇ। ਤਾਂ ਇਹ ਸਮਝਿਆ ਜਾ ਰਿਹਾ, ਜਾਂ ਮਾਫ ਕਰਨਾ, ਉਹਦੇ 'ਚ ਇਹ ਦੱਸਿਆ ਗਿਆ ਉਸ ਆਰਟੀਆਈ ਦੇ ਵਿੱਚ ਕਿ ਸਰਕਾਰ ਬਣਨ ਤੋਂ ਪਹਿਲਾਂ ਹੀ, ਕਿਉਂਕਿ ਭਗਵੰਤ ਮਾਨ ਹੁਣੀ ਜਿਹੜੀ ਬਤੌਰ ਮੁੱਖ ਮੰਤਰੀ ਜਿਹੜੀ ਸਹੁੰ ਚੁੱਕਦੇ ਨੇ ਉਹ ਚੁੱਕਦੇ ਨੇ 16 ਤਰੀਕ ਨੂੰ, ਪਰ ਉਸ ਤੋਂ ਪਹਿਲਾਂ 13 ਤਰੀਕ ਨੂੰ ਸਰਕਾਰੀ ਖਜ਼ਾਨੇ ਵਿੱਚੋਂ 15 ਲੱਖ ਦੇ ਕਰੀਬ ਜਿਹੜੀ ਰਾਸ਼ੀ ਆ ਉਹ ਆਮ ਆਦਮੀ ਪਾਰਟੀ ਦੇ ਇਸ ਵਿਜੇ ਯਾਤਰਾ ਪ੍ਰੋਗਰਾਮ ਦੇ ਉੱਤੇ ਖਰਚੀ ਗਈ, ਜਿਹਦੇ ਵਿੱਚ ਸਵਾਗਤੀ ਗੇਟ ਬਣਾਉਣ ਤੇ ਖਰਚਾ, ਉਸ ਤੋਂ ਇਲਾਵਾ ਹੋਟਲਾਂ ਦੇ ਵਿੱਚ ਜਿਹੜੇ ਹੋਟਲ ਬੁੱਕ ਕਰਾਏ ਗਏ ਉਹਨਾਂ ਦੇ ਵਿੱਚ ਜਿਹੜਾ ਇੱਕ ਕਮਰੇ ਦਾ ਖਰਚਾ ਸੀ 15,000 ਤੋਂ ਲੈ ਕੇ 17,000 ਰੁਪਏ ਤੱਕ ਇੱਕ ਕਮਰੇ ਦਾ। ਉਸ ਤੋਂ ਇਲਾਵਾ ਸਵਾਗਤੀ ਗੇਟਾਂ ਦਾ, ਟੈਂਟ ਜਿਹੜੇ ਲਵਾਏ ਗਏ ਉਹਨਾਂ ਦਾ ਅਲੱਗ-ਅਲੱਗ ਖਰਚਾ, ਔਰ ਇਸ ਤੋਂ ਇਲਾਵਾ ਫੁੱਲਾਂ ਦੀ ਜਿਹੜੀ ਵਰਖਾ ਉਹਨਾਂ ਦਾ ਖਰਚਾ, ਉਹਨਾਂ ਦਾ ਵੀ ਮਤਲਬ ਹਜ਼ਾਰਾਂ ਦੇ ਹਿਸਾਬ ਨਾਲ। ਔਰ ਸੈਕੰਡਲੀ ਸਭ ਤੋਂ ਵੱਡੀ ਤਰਾਸਦੀ ਇਸ ਗੱਲ ਦੀ ਕਿ ਜਿਹੜੀਆਂ ਸਰਕਾਰੀ ਬੱਸਾਂ ਜਿਹੜੀਆਂ ਉੱਥੇ ਗਈਆਂ ਉਹਨਾਂ ਦਾ
ਕੋਈ ਵੀ ਇੰਦਰਾਜ ਉਹਦੇ ਚ ਦਰਜ ਨਹੀਂ ਕਿ ਉਹਦੇ ਤੇ ਕਿੰਨੇ ਪੈਸੇ ਖਰਚੇ ਗਏ। ਤੇ ਕੁੱਲ ਮਿਲਾ ਕੇ ਇਹ ਜਿਹੜੀ ਰਾਸ਼ੀ ਇਹ 15 ਲੱਖ ਦੇ ਕਰੀਬ ਬਣਦੀ ਹੈਗੀ ਹੈ। ਹੁਣ ਇਹ ਜਿਹੜਾ 15 ਲੱਖ ਰੁਪਈਆ ਚਾਹੀਦਾ ਤਾਂ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ 'ਚ ਬਣਦੀ ਹੈ ਤੇ ਇਹ ਸਾਰੇ ਖਰਚੇ ਜਿਹੜੇ ਆ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾਂਦੇ। ਪਰ ਉਸ ਤੋਂ ਪਹਿਲਾਂ ਹੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਜੇਕਰ 15 ਲੱਖ ਦਾ ਚੂਨਾ ਲਾਇਆ ਜਾਂਦਾ ਤਾਂ ਬੜੇ ਸਵਾਲ ਜਿਹੜੇ ਜਿਹੜੇ ਪੈਦਾ ਹੁੰਦੇ ਆ, ਕਿਉਂਕਿ ਆਮ ਆਦਮੀ ਪਾਰਟੀ ਇਹ ਦਾਅਵਾ ਤੇ ਇਹ ਵਾਅਦਾ ਕਰਕੇ ਆਈ ਸੀ ਸੱਤਾ ਦੇ ਵਿੱਚ ਕਿ ਅਸੀਂ ਸਰਕਾਰੀ ਖਜ਼ਾਨੇ ਦਾ ਕੋਈ ਵੀ ਦੁਰਉਪਯੋਗ ਨਹੀਂ ਕਰਾਂਗੇ ਤੇ ਨਾ ਹੀ ਹੋਣ ਦਿਆਂਗੇ। ਚਲੋ ਇਹ ਵੀ ਗੱਲ ਮੰਨੀ ਗਈ। ਨਾਲ ਹੀ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਇਹ ਉਹ ਸਰਕਾਰ ਹੋਵੇਗੀ ਜਿਹਦੇ ਉੱਤੇ ਹਰ ਆਮ ਆਦਮੀ ਮਾਣ ਕਰੇਗਾ, ਨਾਜ਼ ਕਰੇਗਾ, ਕਿਉਂਕਿ ਉਸ ਦਾ ਖਜ਼ਾਨਾ, ਉਸ ਦੀ ਜੇਬ ਦੇ ਵਿੱਚੋਂ ਟੈਕਸ ਦੇ ਰੂਪ ਵਿੱਚ ਜਾਣ ਵਾਲਾ 1 ਰੁਪਈਆ ਪੰਜਾਬ ਦੇ ਲੋਕਾਂ ਦੇ ਭਲੇ ਤੇ ਖਰਚ ਹੋਵੇਗਾ। ਪਰ ਆਹ ਜਿਹੜੀ ਤਸਵੀਰ ਜਿਹੜੀ ਸਾਹਮਣੇ ਆ ਰਹੀ ਆ RTI ਰਾਹੀਂ, ਉਹ ਤਸਵੀਰ ਜਿਹੜੀ ਅਜੇ ਭਗਵੰਤ ਮਾਨ ਹੁਣੀ ਉਸ ਦਿਨ ਮੁੱਖ ਮੰਤਰੀ ਬਣੇ ਨਹੀਂ ਸਨ ਸੰਵਿਧਾਨਕ ਤੌਰ ਤੇ, ਉਸ ਦਿਨ ਤੱਕ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ, ਕਾਰਜਕਾਰੀ ਮੁੱਖ ਮੰਤਰੀ। ਤਾਂ ਜੇਕਰ ਮੁੱਖ ਮੰਤਰੀ, ਹਾਲਾਂਕਿ ਠੀਕ ਹੈ ਸਰਕਾਰ ਅਲਾਟ ਉਹਨਾਂ ਦੀ ਬਣਨੀ ਸੀ, ਨਤੀਜੇ ਆ ਚੁੱਕੇ ਸਨ, ਪਰ ਸੰਵਿਧਾਨਕ ਤੌਰ ਤੇ ਜਿਸ ਤਰੀਕੇ ਨਾਲ ਮੁੱਖ ਮੰਤਰੀ 16 ਤਰੀਕ ਨੂੰ ਭਗਵੰਤ ਮਾਨ ਸਹੁੰ ਚੁੱਕਦੇ ਆ ਤੇ ਉਸ ਤੋਂ ਪਹਿਲਾਂ ਲਾਇਆ ਗਿਆ ਸਰਕਾਰੀ ਖਜ਼ਾਨੇ ਵਿੱਚੋਂ ਇਹ ਖਰਚੀ ਗਈ ਜਿਹੜੀ ਰਕਮ ਆ, ਅਸੀਂ ਇਹਨੂੰ ਕਹਿ ਸਕਦੇ ਕਿ ਸਰਕਾਰ ਨੇ ਕਿਸ ਤਰੀਕੇ ਨਾਲ ਸਰਕਾਰੀ ਖਜ਼ਾਨੇ ਚੋਂ ਚੋਰੀ ਕੀਤੀ। ਮਾਫ ਕਰਦਾ, ਆਮ ਆਦਮੀ ਪਾਰਟੀ ਨੇ ਸਰਕਾਰੀ ਖਜ਼ਾਨੇ ਵਿੱਚੋਂ ਚੋਰੀ ਕਰਕੇ ਆਪਣੇ ਨਿੱਜੀ ਹਿੱਤਾਂ ਦੀ ਜਿਹੜੀ ਪੂਰਤੀ ਉਹ ਕੀਤੀ ਹੈ। ਹੁਣ ਇਸ ਸਭ ਦੇ ਨਾਲ ਬੜੇ ਗੰਭੀਰ ਜਿਹੜੇ ਪ੍ਰਸ਼ਨ ਆ ਸੁਖਵਿੰਦਰ ਜੀ ਉਹ ਪੈਦਾ ਹੁੰਦੇ ਆ ਕਿ ਇੱਕ ਪਾਸੇ ਤਾਂ ਤੁਸੀਂ ਲੋਕਾਂ ਨੂੰ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਬਿਲਕੁਲ ਸਾਫ਼ ਤੇ ਪਾਰਦਰਸ਼ੀ ਜਿਹੜਾ ਆ ਸਰਕਾਰੀ ਤੰਤਰ ਜਿਹੜਾ ਉਹ ਲੋਕਾਂ ਨੂੰ ਦੇਣਾ, ਦੂਜੇ ਪਾਸੇ ਜਿਹੜੇ ਪੈਸੇ ਨੇ ਸਰਕਾਰੀ ਖਜ਼ਾਨੇ ਦਾ ਅਸੀਂ ਕਿਸੇ ਵੀ ਨਿੱਜ ਦੇ ਉੱਤੇ ਜਾਂ ਕਿਸੇ ਵਿਧਾਇਕ ਦੇ ਨਿੱਜੀ ਮਨਮਰਜ਼ੀ ਦੇ ਉੱਤੇ ਖਰਚਾ ਜਿਹੜਾ ਨਹੀਂ ਪਾਉਣਾ। ਹੁਣ ਤੁਸੀਂ ਇਸ ਖਬਰ ਦੀ ਤਾਂ ਚਲੋ ਆਪਾਂ ਗੱਲ ਕਰਦੇ ਹਾਂ, ਨਾਲ ਇੱਕ ਦੋ ਖਬਰਾਂ ਹੋਰ ਜਿਹੜੀਆਂ ਬੜੀਆਂ ਮਹੱਤਵਪੂਰਨ ਜਿਹੜੀਆਂ ਆ ਰਹੀਆਂ ਨੇ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਗੱਲਾਂ ਦਾ ਖੰਡਨ ਕੀਤਾ। ਮੇਰੀ ਮੁਰਾਦ ਜਿਹੜੀ ਆ ਅਨਮੋਲ ਗਗਨ ਮਾਨ ਦੇ ਕੋਠੀ ਦੀ ਜਿਹੜੀ ਸਰਕਾਰੀ ਰਿਹਾਇਸ਼ ਆ ਉਹਦੇ ਵੱਲੋਂ ਉਹਦੀ ਜਿਹੜਾ ਨਵੀਨੀਕਰਨ ਕੀਤਾ ਜਾ ਰਿਹਾ, ਕਿ ਕਿਹਾ ਜਾ ਰਿਹਾ ਕਿ ਪਤਾ ਨਹੀਂ ਕਿੰਨੇ ਕਰੋੜ ਉਸ ਦੀ ਕੋਠੀ ਦੇ ਉੱਤੇ ਜਿਹੜੇ ਖਰਚੇ ਚੱਲ ਗਿਆ। ਉਹ ਫੇਕ ਦੱਸੀ ਜਾ ਰਹੀ ਹੈ, ਉਹ ਜਿਹੜੀ ਚਿੱਠੀ ਹੈ ਉਹ ਫੇਕ ਦੱਸੀ ਜਾ ਰਹੀ ਹੈ। ਨਹੀਂ, ਮੈਂ ਉਹੀ ਗੱਲ ਕਹਿ ਰਿਹਾ, ਮੈਂ ਕਿਹਾ ਬੇਸ਼ੱਕ ਉਹਦੇ ਸੰਬੰਧੀ ਜਿਹੜੀ ਆਮ ਆਦਮੀ ਪਾਰਟੀ ਨੇ ਇਹ ਕਹਿਤਾ ਕਿ ਉਹ ਚਿੱਠੀ ਫੇਕ ਆ, ਪਰ ਜੋ ਵੀ ਚਰਚਾਵਾਂ ਨੇ, ਹੁਣ ਜੇਕਰ RTI ਰਾਹੀਂ ਇਹ 15 ਲੱਖ ਦਾ ਸੁਖਵਿੰਦਰ ਜੀ ਖੁਲਾਸਾ ਹੁੰਦਾ ਤਾਂ ਕੁਦਰਤੀ ਤੌਰ ਤੇ ਇਹ ਵੀ ਤੁਸੀਂ ਵੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਗੁਜਰਾਤ ਜਾਂ ਹਿਮਾਚਲ ਦੇ ਵਿੱਚ ਜਿਹੜੇ ਇਸ਼ਤਿਹਾਰ ਜਿਹੜੇ ਦਿੱਤੇ ਗਏ ਸਰਕਾਰੀ ਖਜ਼ਾਨੇ ਵਿੱਚੋਂ, ਉਹ ਵੀ ਇੱਕ ਕਿਸਮ ਦਾ ਪੰਜਾਬ ਸਰਕਾਰ ਨੂੰ ਹੀ ਸਰਕਾਰੀ ਖਜ਼ਾਨੇ ਨੂੰ ਜਿਹੜਾ ਚੂਨਾ ਲਾਇਆ ਗਿਆ। ਹੁਣ ਇਹਨਾਂ ਗੱਲਾਂ ਦੇ ਨਾਲ ਕੁਦਰਤੀ ਤੌਰ ਤੇ ਇਹ ਮੈਂ ਤਾਂ ਹਵਾਲੇ ਦੇ ਰਿਹਾ 15 ਲੱਖ ਦਾ ਇਹ ਸਰਕਾਰੀ ਜਿਹੜੀਆਂ ਗੁਜਰਾਤ ਤੇ ਹਿਮਾਚਲ ਦੀਆਂ ਅਖਬਾਰਾਂ 'ਚ ਜਿਹੜੇ ਇਸ਼ਤਿਹਾਰ ਜਿਹੜੇ ਦੇਣੇ ਪੰਜਾਬ ਜਾਂ ਸੰਸਾਰ ਆਪਣੇ ਭਾਰਤ ਦੇ ਵੱਖ-ਵੱਖ ਜਿਹੜੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਇਸ਼ਤਿਹਾਰ ਦੇਣੇ ਤੇ ਸਰਕਾਰੀ ਖਜ਼ਾਨੇ ਵਿੱਚੋਂ ਉਹਨਾਂ ਦਾ ਭੁਗਤਾਨ ਹੋਣਾ। ਮੇਰੀ ਮੁਰਾਦ ਸਿਰਫ ਇਹਨਾਂ ਗੱਲਾਂ ਤੋਂ ਆ ਕਿ ਉਹਨਾਂ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਕਿਸ ਤਰੀਕੇ ਨਾਲ ਚੂਨਾ ਲਾਇਆ ਜਾ ਰਿਹਾ, ਇਹਦੀ ਜਿਹੜੀ ਜ਼ਿੰਮੇਵਾਰ ਕੌਣ ਆ, ਇਹ ਪ੍ਰਸ਼ਨ ਪੈਦਾ ਹੁੰਦਾ। ਕਿਉਂਕਿ ਪੰਜਾਬ ਦੇ ਲੋਕਾਂ ਨੇ ਜੇਕਰ ਆਮ ਆਦਮੀ ਪਾਰਟੀ ਨੂੰ ਇੱਕ ਭਰਮਾ ਫਤਵਾ ਦਿੱਤਾ ਤਾਂ ਉਹ ਇਸ ਕਰਕੇ ਦਿੱਤਾ ਹੈ ਕਿਉਂਕਿ ਇਸ ਸਰਕਾਰ ਦੇ ਅਜਿਹੇ, ਮਾਫ ਕਰਨਾ, ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਇਹ ਵਾਅਦੇ ਕੀਤੇ ਸੀ ਕਿ ਇੱਕ ਤੁਹਾਨੂੰ ਅਜਿਹਾ ਸਰਕਾਰ ਦਿੱਤੀ ਜਾਊਗੀ ਜਿਹੜੀ ਸਰਕਾਰ ਆਮ ਲੋਕਾਂ ਦੀ ਹੋਏਗੀ ਤੇ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਹਿੱਤਾਂ ਦੀ ਤੇ ਹੱਕਾਂ ਦੀ ਪੂਰਨ ਤੌਰ ਤੇ ਰੱਖਿਆ ਜਿਹੜੀ ਆ ਉਹ ਕੀਤੀ ਜਾਵੇਗੀ। ਪਰ ਜੇਕਰ ਇਸ ਤਰੀਕੇ ਦੇ ਨਾਲ ਸਰਕਾਰ ਬਣਨ ਤੋਂ ਪਹਿਲਾਂ ਹੀ ਭਗਵੰਤ ਮਾਨ ਨੇ ਆਪਣੇ ਨਿੱਜ ਦੇ ਉੱਤੇ ਆਪਣੇ ਅਕਾਵਾਂ ਨੂੰ ਖੁਸ਼ ਕਰਨ ਕਰਕੇ ਸਰਕਾਰੀ ਖਜ਼ਾਨੇ ਦੀ ਵਰਤੋਂ ਕਰਦੇ ਆ, ਜੇ ਕੀਤੀ ਗਈ ਹੁਣ ਤਾਂ ਸਪਸ਼ਟ ਹੋ ਗਿਆ, ਤਾਂ ਫਿਰ ਭਵਿੱਖ ਦੇ ਵਿੱਚ ਇਹਨਾਂ ਤੋਂ ਕੀ ਉਮੀਦਾਂ ਲਾਈਆਂ ਜਾ ਸਕਦੀਆਂ ਨੇ, ਵੱਡਾ ਪ੍ਰਸ਼ਨ ਇਹ ਵੀ ਪੈਦਾ ਹੁੰਦਾ। ਤਾਂ ਇਹ ਚਾਹੀਦਾ ਕਿ ਆਮ ਆਦਮੀ ਪਾਰਟੀ ਹੁਣ ਇਹ ਜਿਹੜਾ ਭੁਗਤਾਨ, ਜੇ ਹੁਣ ਗੱਲ ਨਸ਼ਰ ਹੋ ਗਈ ਆ, ਗੱਲ ਸਾਹਮਣੇ ਆ ਗਈ ਹੈ, ਤਾਂ ਇਹ ਰਾਸ਼ੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਵੇ ਤਾਂ ਜੋ ਲੋਕਾਂ ਤੇ ਇੱਕ ਚੰਗਾ ਪ੍ਰਭਾਵ ਜਿਹੜਾ ਬਣਿਆ ਰਹਿ ਸਕੇ। ਬਾਕੀ ਸੁਖਵਿੰਦਰ ਜੀ, ਸਰਕਾਰਾਂ ਜਿਹੜੀਆਂ ਨਾ ਬੜਾ ਕੁਝ ਇਹੋ ਜਿਹੀਆਂ ਕਰਦੀਆਂ ਹੁੰਦੀਆਂ, ਕਹਿ ਸਕਦੇ ਨੇ ਕਿ ਸਾਡੀ ਸਰਕਾਰ ਬਣ ਚੁੱਕੀ ਸੀ, ਪਰ ਸਰਕਾਰ ਜਿਹੜੀ ਹੈ ਉਹ 16 ਤਰੀਕ ਨੂੰ ਹੀ ਸੰਵਿਧਾਨਕ ਤੌਰ ਤੇ ਬਣਦੀ ਆ ਆਮ ਆਦਮੀ ਪਾਰਟੀ ਦੀ। ਸੋ ਖਜ਼ਾਰੀ ਚਰਨੇ ਨੂੰ ਜਿਹੜਾ ਚੂਨਾ ਲੱਗਾ 15 ਲੱਖ ਦਾ ਹੈ ਤਾਂ ਇੱਕ ਗੰਭੀਰ ਮੁੱਦਾ ਜੀ। ਬਿਲਕੁਲ ਬਿਲਕੁਲ। ਤਾਂ ਜਿਹੜੀਆਂ ਗੱਲਾਂ ਇਹ ਕਹਿ ਕੇ ਆਏ ਸੀ ਉਹ ਗੱਲਾਂ ਤੋਂ ਜਿਹੜੇ ਪਲਟਦੇ ਨਜ਼ਰ ਆ ਰਹੇ ਆ ਕਰਕੇ, ਤਾਂ ਜਿੱਥੇ ਇਹ ਗੱਲ ਸਾਹਮਣੇ ਆਈ ਉਦੋਂ ਅਸੀਂ ਸਾਡੇ ਵੱਲੋਂ ਪ੍ਰਮੁੱਖਤਾ ਦੇ ਨਾਲ ਇਹ ਮੁੱਦਾ ਚੁੱਕਿਆ ਗਿਆ ਸੀਗਾ, ਤਾਂ ਉਦੋਂ ਬਹੁਤ ਸਾਰੇ ਇਹਨਾਂ ਦੇ ਵਰਕਰ ਜਾਂ ਆਪਾਂ ਕਹਿ ਦਈਏ ਲੀਡਰ ਇਹ ਗੱਲਾਂ ਹੁਣ ਫਿਰ ਦੁਹਰਾ ਰਿਹਾ, ਇਹ ਗੱਲਾਂ ਕਹਿੰਦੇ ਸੀ ਕਿ ਨਹੀਂ ਏਦਾਂ ਨਹੀਂ ਹੋ ਸਕਦਾ,
ਤਾਂ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਹਿੰਦੇ ਦਿਖਾਈ ਦਿੱਤੇ ਸੀਗੇ ਕਿ ਚਲੋ ਜੇ ਪਹਿਲੇ ਕਰਦੇ ਰਹੇ ਆ ਤਾਂ ਜੇ ਇਹਨਾਂ ਨੇ ਕਰ ਲਿਆ ਤਾਂ ਫਿਰ ਕਿੱਡੀ ਕੁ ਗੱਲ ਆ। ਤਾਂ ਗੱਲ ਏਡੀ ਵੱਡੀ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਜੇ ਉਹ ਇਹ ਕੁਝ ਕਰਦੇ ਸੀ ਤਾਂ ਹੀ ਤਾਂ ਬਦਲ ਕੇ ਇਹਨਾਂ ਨੂੰ ਲਿਆਂਦਾ ਸੀ, ਤੇ ਜੇ ਇਹ ਵੀ ਇਹੀ ਕੁਝ ਕਰਨਾ ਸ਼ੁਰੂ ਕਰ ਦੇਣਗੇ ਤਾਂ ਫਿਰ ਜਿਹੜੀ ਆ ਬੜੀ ਮੰਦਭਾਗੀ ਗੱਲ ਆ। ਫਿਰ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਦਿਲ ਜਿਹੜਾ ਉਹ ਟੁੱਟ ਜਾਊਗਾ। ਤਾਂ ਆਪਾਂ ਅਗਲੀ ਖਬਰ ਵੀ ਇਹਦੇ ਨਾਲ ਹੀ ਜੁੜੀ ਆ ਇੱਕ ਤਰੀਕੇ ਦੇ ਨਾਲ। ਆਪਣੇ ਕਈ ਗੱਲ ਤੋਂ ਜਿਹੜੇ ਬਦਲਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਵਾਲੇ। ਪਹਿਲਾਂ ਕਹਿੰਦੇ ਸੀ ਕਿ ਅਸੀਂ ਜਿਹੜੀ ਸਰਕਾਰ ਬਣਨ ਤੋਂ ਬਾਅਦ ਅਸੀਂ ਜਿਹੜਾ ਕਰਜ਼ਾ ਹੈ ਮੁਕਤ ਕਰ ਦਾਂਗੇ ਪੰਜਾਬ ਨੂੰ, ਅਸੀਂ ਰੈਵਨਿਊ ਹੀ ਨਾ ਇਕੱਠਾ ਕਰ ਦੇਣਾ ਕਿ ਸਾਨੂੰ ਕਰਜ਼ਾ ਨਾ ਤਾਂ ਲੈਣ ਦੀ ਲੋੜ ਪਵੇ, ਸਗੋਂ ਹੀ ਉਤਾਰ ਦਿਆਂਗੇ। ਹੁਣ ਪਤਾ ਲੱਗਿਆ ਕਿ ਕਰਜ਼ਾ ਹੋਰ ਤੇ ਹੋਰ ਵੀ ਲੈ ਰਹੀ ਹੈ ਸਰਕਾਰ, ਦੇ ਨਾਲ ਹੀ ਨਾਲ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਨ ਪਹੁੰਚ ਗਏ ਕਿ ਭਾਈ ਸਾਡੀ ਜਿਹੜੀ ਹੈ ਉਹ ਕਰਜ਼ ਮੁਆਫੀ ਕੀਤੀ ਜਾਵੇ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼? ਸੁਖਵਿੰਦਰ ਜੀ, ਇਸ ਪ੍ਰਸ਼ਨ ਦੇ ਨਾ ਦੋ ਆਧਾਰ ਬਣਦੇ ਆ। ਵਿਕਰਮ ਸਾਨੀ ਨੇ ਜਿਹੜਾ ਇਹ ਐਲਾਨ, ਜਿਹੜਾ ਰਾਜ ਸਭਾ ਮੈਂਬਰ ਨੇ, ਇਹ ਸੀਤਾਰਮਨ ਨੂੰ ਮਿਲ ਕੇ ਉਹਨਾਂ ਨੇ ਇਹ ਮੰਗ ਕੀਤੀ ਹੈ। ਮੈਂ ਦੋ ਤਾਂ ਕਰਕੇ ਕਿਹਾ ਕਿਉਂਕਿ ਪੰਜਾਬ ਦੇ ਸਿਰ ਤੇ ਜਿਹੜਾ ਕਰਜ਼ਾ ਆ ਉਹ ਅੱਜ ਦਾ ਕਰਜ਼ਾ ਨਹੀਂ ਹੈ ਸੁਖਵਿੰਦਰ ਜੀ। ਪਿਛਲੀਆਂ ਸਰਕਾਰਾਂ ਸਮੇਂ ਵੀ ਕਰਜ਼ਾ ਜਿਹੜਾ ਚੜ ਬੋਲਦਾ ਰਿਹਾ। ਤੁਸੀਂ ਪਿਛਲੀਆਂ ਸਰਕਾਰਾਂ ਸਮੇਂ ਦੀ ਵੀ ਗੱਲ ਛੱਡੋ, ਜਿਉਂ ਪੰਜਾਬ ਦੇ ਵਿੱਚ ਖਾੜਕੂਵਾਦ ਸ਼ੁਰੂ ਹੁੰਦਾ, ਖਾੜਕੂਵਾਦ ਦੇ ਸਮੇਂ ਰਾਸ਼ਟਰਪਤੀ ਰਾਜ ਪੰਜਾਬ 'ਚ ਲੱਗਦਾ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਸਿਰ ਤੇ ਕਰਜ਼ਾ ਹਰ ਸਾਲ ਚੜ੍ਹਦਾ ਹੀ ਰਿਹਾ। ਤੇ ਹੁਣ ਜਿਹੜੀ ਉਹ ਕਰਜ਼ੇ ਦੀ ਜਿਹੜੀ ਮਿਆਦ ਜਾਂ ਜੋ ਫਿਗਰ ਜਿਹੜੀ ਸਾਹਮਣੇ ਆਈ ਆ, 263 ਲੱਖ ਕਰੋੜ ਰੁਪਈਆ ਪੰਜਾਬ ਦੇ ਸਿਰ ਤੇ ਜਿਹੜਾ ਕਰਜ਼ਾ ਉਹ ਚੜਿਆ ਹੋਇਆ। ਹੁਣ ਇਹ ਜਿਹੜਾ ਕਰਜ਼ਾ ਪਿਛਲੀਆਂ ਸਰਕਾਰਾਂ ਦੇ ਸਮੇਂ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ, ਕਿਹੜੀ ਸਰਕਾਰ ਦੇ ਸਮੇਂ, ਇਹ ਗੱਲ ਆਪਾਂ ਨਾ ਕਰੀਏ, ਆਪਾਂ ਇਸ ਗੱਲ ਦੀ ਗੱਲ ਕਰੀਏ ਕਿ 263 ਲੱਖ ਕਰੋੜ ਰੁਪਈਆ ਜਿਹੜਾ ਪੰਜਾਬ ਦੇ ਸਿਰ ਤੇ ਅੱਜ ਦੀ ਤਰੀਕ ਜਿਹੜਾ ਕਰਜ਼ਾ ਬੋਲਦਾ। ਤੇ ਸੁਖਵਿੰਦਰ ਜੀ, ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਕਿ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਹੁੰਦੀ ਰਹੀ, ਅਕਾਲੀ ਭਾਜਪਾ ਦੀ ਸਰਕਾਰ, ਤਾਂ ਹਮੇਸ਼ਾ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜਾ ਕੇ ਕਰਜ਼ਾ ਮਾਫ ਕਰਾਤਾ, ਅਸੀਂ ਜਾ ਕੇ ਕਰਜ਼ਾ, ਪੰਜਾਬ ਦਾ ਰਹਿੰਦਾ ਕਰਜ਼ਾ ਮਾਫ ਕਰਾਤਾ। ਤੇ ਇੱਕੋ ਵਾਰੀ ਮੈਨੂੰ ਯਾਦ ਆ ਕਿ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਸਨ, ਜਿਹੜੇ ਜਲੰਧਰ ਖੇਤਰ ਦੇ ਸੰਬੰਧਤ ਸਨ, ਉਹਨਾਂ ਨੇ ਇੱਕ ਵਾਰੀ ਪੰਜਾਬ ਦਾ ਕਰਜ਼ਾ ਜ਼ਰੂਰ ਮਾਫ ਕੀਤਾ ਜਦੋਂ ਜਦੋਂ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਸੀ, ਯੂਪੀ ਦੀ ਸਰਕਾਰ ਸੀ। ਉਹ ਕਰਜ਼ਾ ਇੱਕ ਵਾਰੀ ਜ਼ਰੂਰ ਮਾਫ ਹੋਇਆ। ਉਸ ਤੋਂ ਬਾਅਦ 10 ਸਾਲ ਆਪਣੇ ਮਾਫ ਕਰਨਾ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸਰਕਾਰ ਰਹੀ ਹੈ। ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ। ਜਦੋਂ ਵੀ ਅਕਾਲੀ ਦਲ ਇਸ ਮੁੱਦੇ ਤੇ ਚੋਣਾਂ ਲੜਦਾ ਰਿਹਾ, ਇਸ ਮੁੱਦੇ ਨੂੰ ਹਮੇਸ਼ਾ ਉਸ ਨੇ ਛਾਲਣਾ ਤੇ ਇਹੋ ਹੀ ਗੱਲ ਕਰਦੀ ਕਿ ਪੰਜਾਬ ਦਾ ਜਿਹੜਾ ਕਰਜ਼ਾ ਅਸੀਂ ਮਾਫ ਕਰਾਇਆ। ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਸੰਬੰਧੀ ਨਾ ਕੋਈ ਸਟੇਟਮੈਂਟ ਦਿੱਤੀ, ਨਾ ਕਦੀ ਕੋਈ ਆਈ, ਨਾ ਕੋਈ ਗੱਲ ਹੋਈ। ਮੈਂ ਇਹ ਸਿਰਫ ਨੁਕਤੇ ਨਿਗਾਹ ਤਾਂ ਕਰਕੇ ਚਰਚਾ ਵਿੱਚ ਲਿਆ ਰਿਹਾ ਕਿਉਂਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਇਹ ਕਰਜ਼ਾ ਹੈ ਕਿਹੜਾ। ਤਾਂ ਕਹਿਣ ਦਾ ਅਰਥ ਇਹ ਹੈ ਸੁਖਵਿੰਦਰ ਜੀ, ਪੰਜਾਬ ਦੇ ਸਿਰ ਤੋਂ ਪਿਛਲੇ 30 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਵੀ ਕਰਜ਼ਾ ਮਾਫ ਜਿਹੜਾ ਉਹ ਨਹੀਂ ਕੀਤਾ। ਵੱਖਰੀ ਗੱਲ ਆ, ਦਾਅਵੇ ਰਾਜਨੀਤਿਕ ਪਾਰਟੀਆਂ ਕਰਦੀਆਂ ਰਹੀਆਂ ਨੇ, ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਐਲਾਨ ਉਹਨਾਂ ਨੇ ਜ਼ਰੂਰ ਕੀਤੇ ਨੇ ਕਿ ਕਰਜ਼ਾ ਹੀ ਮਾਫ ਕਰਾ, ਪਰ ਕਰਜ਼ਾ ਮਾਫ ਹੋਇਆ ਨਹੀਂ। ਕਰਜ਼ਾ ਸਿਰਫ ਇੱਕੋ ਵਾਰ ਹੀ 200 ਜਿਹੜਾ ਸੀ ਇੰਦਰ ਕੁਮਾਰ ਗੁਜਰਾਲ ਨੇ ਕੀਤਾ। ਇਹ ਇੱਕ ਪੁਰਾਣਾ ਇਤਿਹਾਸਕ ਪਿਛੋਕੜ ਸੀ ਜਿਹੜਾ ਦੱਸਣਾ ਬਣਦਾ। ਹੁਣ ਮੈਂ ਤੁਹਾਡੇ ਪ੍ਰਸ਼ਨ ਦਾ ਜਵਾਬ ਦਿੰਦਾ। ਜਿਹੜੇ ਲੋਕ ਸਭਾ ਰਾਜ ਸਭਾ ਮੈਂਬਰ ਨੇ ਵਿਕਰਮਜੀਤ ਸਿੰਘ ਸਾਨੀ, ਇਹਨਾਂ ਨੇ ਸੀਤਾਰਮਨ ਨੂੰ ਮਿਲ ਕੇ ਪੰਜਾਬ ਦੇ ਕੁਝ ਹੱਕਾਂ ਦੀ ਜਿਹੜੀ ਗੱਲ ਕੀਤੀ ਆ, ਹਿੱਤਾਂ ਦੀ ਗੱਲ ਕੀਤੀ, ਔਰ ਮੇਰਾ ਖਿਆਲ ਹੈ ਕਿ ਇੱਕ ਵਧੀਆ ਜਿਹੜੀ ਉਹਨਾਂ ਨੇ ਗੱਲ ਕੀਤੀ। ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਤਾਂ ਪੰਜਾਬ ਦੇ ਕਿਸਾਨਾਂ ਨੂੰ ਇਹ ਗੱਲ ਕਹੀ ਕਿ ਜਿਹੜਾ 1500 ਰੁਪਈਆ ਪਰਾਲੀ ਸਾੜ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ। ਇਸ ਕਿਉਂ ਪੰਜਾਬ ਇੱਕ ਬਫਰ ਸਟੇਟ ਹੈਗੀ ਆ ਜਿਹੜੀ ਕੇਂਦਰ ਦੇ ਜਿਹੜਾ ਅਨਾਜ ਭੰਡਾਰ ਆ, ਸਭ ਤੋਂ ਜ਼ਿਆਦਾ ਅਨਾਜ ਜਿਹੜਾ ਉਹਦੇ ਵਿੱਚ ਹਿੱਸਾ ਪਾਉਂਦੀ ਹੈ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਤਾਂ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ। ਹੁਣ ਮੈਂ ਤੁਹਾਡੇ ਉਸ ਪ੍ਰਸ਼ਨ ਦਾ ਜਵਾਬ ਦਿੰਦਾ ਕਿ ਇਹ ਵੀ ਕੇਂਦਰ ਸਰਕਾਰ ਨੂੰ ਇਹ ਗੱਲ ਕਹਿਣ ਲੱਗ ਪਏ ਕਿ ਸਾਡਾ ਕਰਜ਼ ਮਾਫ ਕਰੋ। ਦੇਖੋ, ਪੰਜਾਬ ਦਾ ਅੱਜ ਤੋਂ 2 ਜਾਂ 3 ਦਿਨ ਪਹਿਲਾਂ ਹਰਪਾਲ ਸਿੰਘ ਚੀਮਾ ਹੋਣਾ ਦੀ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ ਅਸੀਂ ਪਿਛਲੇ ਦੌਰ ਦੇ ਨਾਲੋਂ ਜ਼ਿਆਦਾ ਟੈਕਸ ਜਿਹੜਾ ਪ੍ਰਾਪਤ ਕਰ ਲਿਆ ਤੇ ਸਾਡਾ ਸਰਕਾਰੀ ਖਜ਼ਾਨਾ ਜਿਹੜਾ ਭਰ ਗਿਆ। ਸਾਨੂੰ ਹੁਣ ਜਿਹੜੀ ਅਸੀਂ ਗਰੰਟੀਆਂ ਦਿੱਤੀਆਂ ਨੇ, ਉਹਨਾਂ ਗਰੰਟੀਆਂ ਨੂੰ ਪੂਰਾ ਕਰਨ ਦੇ ਵਿੱਚ ਸਾਨੂੰ ਹੁਣ ਕਿਸੇ ਕਿਸਮ ਦੀ ਕੋਈ ਮਸ਼ੱਕਤ ਜਾਂ ਕੋਈ ਅਸੀਂ ਕਹਿ ਸਕਦੇ ਕੋਈ ਪਰੇਸ਼ਾਨੀ ਜਿਹੜੀ ਨਹੀਂ ਆਏਗੀ। ਹਰਪਾਲ ਸਿੰਘ ਚੀਮਾ ਦਾ ਇਹ ਬਿਆਨ ਆਇਆ ਤਾਂ ਅਗਲੇ ਦਿਨ ਹੀ ਜਿਹੜਾ PGI ਨੇ ਪੰਜਾਬ ਦੇ ਲੋਕਾਂ ਦਾ ਫ੍ਰੀ ਇਲਾਜ ਕਰਨਾ ਬੰਦ ਕਰ ਦਿੱਤਾ ਕਿਉਂਕਿ ਆਯੁਸ਼ਮਾਨ ਯੋਜਨਾ ਦੇ ਤਹਿਤ ਜਿਹੜੀ 16 ਕਰੋੜ ਰੁਪਏ ਦੀ ਰਾਸ਼ੀ ਸੀ ਪੰਜਾਬ ਸਰਕਾਰ ਵੱਲੋਂ ਉੱਥੇ ਜਮ੍ਹਾਂ ਨਹੀਂ ਸੀ ਕਰਾਈ ਗਈ। ਪਹਿਲੀ ਪੋਲ ਤਾਂ ਸਰਕਾਰ ਦੀ ਇੱਥੇ ਹੀ ਖੁੱਲ ਗਈ ਕਿ ਜੇ ਵਾਕਿਆ ਹੀ ਸਰਕਾਰੀ ਖਜ਼ਾਨਾ ਭਰ ਗਿਆ, ਜੇ ਤੁਹਾਨੂੰ ਹੁਣ ਟੈਕਸਾਂ ਦੇ ਰਾਹੀਂ ਸਭ ਕੁਝ ਆਉਣ ਲੱਗ ਪਿਆ ਤਾਂ ਤੁਹਾਨੂੰ ਲੋੜ ਨਹੀਂ, ਤਾਂ ਫਿਰ ਉਹ ਰਾਸ਼ੀ ਉੱਥੇ ਜ਼ਰੂਰ ਜਮ੍ਹਾਂ ਜਿਹੜੀ ਹੋ ਜਾਣੀ ਚਾਹੀਦੀ ਸੀ।
ਖੈਰ ਉਹ ਵੀ ਇੱਕ ਅਲੱਗ ਵਿਸ਼ਾ। ਹੁਣ ਦੂਜੇ ਪਾਸੇ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਜੀ ਕਿ ਹਾਂ ਭਈ ਇਹ ਵੀ ਪਿਛਲੀਆਂ ਸਰਕਾਰਾਂ ਵੀ ਇੰਨੀ ਗੱਲ ਕਹਿਣ ਲੱਗ ਪਏ ਨੇ ਕਿ ਸਾਡਾ ਕਰਜ਼ਾ ਜਿਹੜਾ ਮਾਫ ਕੀਤਾ ਜਾਵੇ। ਸੁਖਵਿੰਦਰ ਜੀ, ਕੱਲ ਜਦੋਂ ਭਗਵੰਤ ਮਾਨ ਹੁਣੀ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਨੂੰ ਰਵਾਨਾ ਹੋਏ ਤਾਂ ਉਹਨਾਂ ਨੇ ਜਾਣ ਲੱਗਿਆ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਹਿੱਸਾ ਲੈਣਾ, ਉਹਦੇ ਵਿੱਚ ਜਾਣ ਸਮੇਂ ਉਹਨਾਂ ਨੇ ਇੱਕ ਗੱਲ ਕਹੀ ਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਮੰਤਰੀ ਸਨ ਜਾਂ ਕੈਪਟਨ ਮੁੱਖ ਮੰਤਰੀ ਸਨ ਜਾਂ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਉਸ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ। ਤਾਂ ਪੰਜਾਬ ਦੇ ਬੜੇ ਮੁੱਦੇ ਨੇ, ਕਰਜ਼ਾ ਜਿਹੜਾ ਪੰਜਾਬ ਦੇ ਸਿਰ ਤੇ ਚੜਿਆ, ਉਸ ਕਰਜ਼ੇ ਨੂੰ ਲਾਉਣਾ ਕਿਵੇਂ ਹੈ, ਕਿਵੇਂ ਨਹੀਂ ਲਾਉਣਾ, ਉਹਦੇ ਸੰਬੰਧੀ ਅੱਜ ਤੱਕ ਆਵਾਜ਼ ਹੀ ਨਹੀਂ ਉਠਾਈ। ਤੇ 7 ਵਾਰ ਕਹਿੰਦੇ ਮੀਟਿੰਗ ਜਿਹੜੀ ਹੋਈ। ਹੁਣ ਸੁਖਵਿੰਦਰ ਜੀ, 7 ਵਾਰ ਮੀਟਿੰਗ ਹੋਈ ਹੋਏ ਤੇ ਪੰਜਾਬ ਦਾ ਕੋਈ ਵੀ ਨੁਮਾਇੰਦਾ ਉਹਦੇ ਵਿੱਚ ਸ਼ਾਮਲ ਨਾ ਹੋਇਆ ਹੋਵੇ ਤਾਂ ਕੁਦਰਤੀ ਤੌਰ ਤੇ ਫਿਰ ਖਰਚੇ ਤਾਂ ਵਧਣੇ ਹੀ ਆ, ਕਰਜ਼ਾ ਤਾਂ ਵਧਣਾ ਹੀ ਵਧਣਾ। ਉਹ ਕਰਜ਼ਾ ਜਿਹੜਾ ਹੁਣ 263 ਲੱਖ ਕਰੋੜ ਬਣ ਚੁੱਕਾ, ਇਹ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਦੀ ਬਦੌਲਤ ਉਹ ਕਰਜ਼ਾ ਜਿਹੜਾ ਆ ਸੁਖਵਿੰਦਰ ਜੀ ਪੰਜਾਬ ਦੀਆਂ ਲੋਕਾਂ ਦੀ ਜੇਬਾਂ ਦੇ ਵਿੱਚੋਂ ਜਾਣ ਵਾਲੇ ਟੈਕਸ ਦੇ ਰੂਪ ਦੇ ਵਿੱਚ ਹੀ ਲੱਥਣਾ। ਤੇ ਜੇਕਰ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਬੋਝ ਨਾ ਪਵੇ ਤਾਂ ਜੇਕਰ ਇਹ ਗੱਲ ਹੋ ਜਾਂਦੀ ਹੈ ਟੈਕਸ ਜਿਹਦੇ ਜ਼ਿਆਦਾ ਨਾ ਲੱਗਣ, ਤਾਂ ਜੇਕਰ ਕੇਂਦਰ ਸਰਕਾਰ ਜਿਸ ਤਰੀਕੇ ਦੇ ਨਾਲ ਕਹੇ ਵਕਤ ਇੰਦਰ ਕੁਮਾਰ ਗੁਜਰਾਲ ਨੇ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ ਸੀ, ਤੇ ਜੇਕਰ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੇਕਰ ਇਹੋ ਜਿਹਾ ਕੋਈ ਵਿਚਕਾਰਲਾ ਰਸਤਾ ਕੱਢ ਕੇ 263 ਲੱਖ ਕਰੋੜ ਰੁਪਇਆ ਕਰਜ਼ਾ ਪੂਰਾ ਨਹੀਂ ਤੇ ਚਲੋ ਅੱਧਾ ਹੀ ਕਰ ਦਿੰਦੇ, ਮਾਫ ਕਰ ਦਿੰਦੇ ਆ, ਤਾਂ ਸੁਖਵਿੰਦਰ ਜੀ ਫਿਰ ਕਿਸੇ ਪਾਰਟੀ ਦੀ ਰਹਿ ਆਵੇ ਜਾਂ ਨਾ ਆਵੇ, ਪਰ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਰਾਹਤ ਭਰੀ ਕੁਝ ਅਸੀਂ ਕਹਿ ਸਕਦੇ ਹਾਂ, ਸਾਹ ਜ਼ਰੂਰ ਮਿਲਣਗੇ। ਕਿਉਂਕਿ ਜਿਸ ਤਰੀਕੇ ਨਾਲ ਦਿਨ ਬ ਦਿਨ ਟੈਕਸ ਵੱਧ ਰਹੇ ਆ, ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਆ, ਉਸ ਤਰੀਕੇ ਨਾਲ ਤਾਂ ਆਮ ਬੰਦੇ ਦਾ ਜਿਹੜਾ ਜੀਣਾ ਉਹ ਵੀ ਮੁਹਾਲ ਹੋਇਆ ਪਿਆ। ਤੇ ਇਹ ਜਿਹੜਾ ਟੈਕਸ ਜਿਹੜਾ ਕਰਜ਼ਾ 263 ਲੱਖ ਕਰੋੜ ਰੁਪਈਆ ਸੁਖਵਿੰਦਰ ਜੀ, ਇਹ ਕਿਸੇ ਨੇ ਸਰਕਾਰੀ ਖਜ਼ਾਨੇ ਚੋਂ ਨਹੀਂ ਦੇਣਾ, ਕਿਸੇ ਨੇ ਜਾਦੂ ਦਾ ਮੰਤਰ ਮਾਰ ਕੇ ਨਹੀਂ ਦੇਣਾ। ਇਹ ਤੁਹਾਡੇ ਜਾਂ ਮੇਰੇ ਵਰਗੀਆਂ ਲੋਕਾਂ ਦੀਆਂ ਜੇਬਾਂ ਚੋਂ ਟੈਕਸ ਦੇ ਰੂਪ ਦੇ ਵਿੱਚ ਹੀ ਬਾਹਰ ਜਾਣਾ। ਠੀਕ ਆ, ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਹੈ, ਤਰਲਾ ਹੀ ਲਿਆ ਹੋਵੇ, ਪਰ ਜੇ ਹੁਣ ਉਹਨਾਂ ਨੇ ਤਰਲਾ ਪਿਛਲੀਆਂ ਸਰਕਾਰਾਂ ਵਾਂਗੂ ਤਰਲਾ ਲਿਆ ਆ ਤਾਂ ਠੀਕ ਆ, ਫਿਰ ਇਸ ਤਰਲੇ ਨੂੰ ਇਸ ਗੰਭੀਰਤਾ ਦੇ ਨਾਲ ਲੈਣ ਕਿ ਲੋਕਾਂ ਦੇ ਉੱਤੇ ਕੋਈ ਬੋਝ ਜਿਹੜਾ ਨਾ ਪਵੇ, ਲੋਕ ਸੁੱਖ ਦਾ ਸਾਹ ਲੈਣ। ਕਿਉਂਕਿ ਲੋਕ ਇਸ ਮਹਿੰਗਾਈ ਦੇ ਯੁੱਗ 'ਚ ਅੱਗੇ ਹੀ ਬੜੀ ਤਰਾਸਤ ਭਰੀ ਜ਼ਿੰਦਗੀ ਜਿਹੜੀ ਭੋਗਣ ਵਾਸਤੇ ਮਜਬੂਰ ਹੋਏ ਪਏ ਨੇ। ਤੇ ਇਹੋ ਜਿਹੇ ਜਿਹੜੇ ਅੰਕੜੇ ਜਦੋਂ ਸਾਹਮਣੇ ਆਉਂਦੇ ਆ ਤਾਂ ਸੁਖਵਿੰਦਰ ਜੀ ਜਨ ਸਧਾਰਨ ਬੰਦਾ ਜ਼ਰੂਰ ਡਰਦਾ। ਬੇਸ਼ੱਕ ਸਾਨੂੰ ਸਿੱਧੇ ਰੂਪ 'ਚ ਤਾਂ ਪਤਾ ਨਹੀਂ ਲੱਗਦਾ ਕਿ ਸਾਡੀ ਜੇਬ ਦੇ ਵਿੱਚੋਂ ਪੈਸਾ ਸਰਕਾਰ ਕਿਸ ਤਰੀਕੇ ਨਾਲ ਕੱਢ ਰਹੀ ਆ, ਪਰ ਜਦੋਂ ਅਸਿੱਧੇ ਤਰੀਕੇ ਨਾਲ ਪੈਸਾ ਜਾਂਦਾ ਫਿਰ ਪਤਾ ਲੱਗ ਜਾਂਦਾ। ਇਹ ਰਾਸ਼ੀ ਬਹੁਤ ਵੱਡੀ ਹੈ, ਇਹ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਿਉਂਕਿ ਲੋਕਾਂ ਨੇ ਆਸ ਬਣਾਈ ਹੋਈ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਕਰਜ਼ਾ ਜਾਂ ਫਿਰ ਪੰਜਾਬ ਦੇ ਵਿੱਤੀ ਹਾਲਾਤ ਸਾਰੇ ਠੀਕ ਕਰ ਦੂ, ਉਹ ਇਹਦੇ ਨਾਲ ਜੁੜ ਕੇ ਕੀ ਲੱਗਦਾ ਹੈ ਕਿ ਜੋ ਗੱਲਾਂ ਸਾਹਮਣੇ ਆ ਰਹੀਆਂ, ਕਰਜ਼ੇ ਲੈਣੇ ਪੈ ਰਹੇ ਆ ਸਰਕਾਰ ਨੂੰ ਮਾਫ ਕਰਾਉਣ ਦੇ ਲਈ, ਜਿਹੜੀਆਂ ਉਹਨਾਂ ਨੂੰ ਗੁਹਾਰ ਲਗਾਉਣੀ ਪੈ ਰਹੀ ਹੈ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਗੁਹਾਰ ਲਗਾਉਣਾ ਕੋਈ ਗਲਤ ਹੈ, ਜੇ ਕੇਂਦਰ ਤੋਂ ਕੋਈ ਸੂਬਾ ਮਦਦ ਮੰਗਦਾ ਤਾਂ ਉਹਦਾ ਵੀ ਹੱਕ ਵੀ ਹੈ, ਉਹ ਮੰਗਣਾ ਵੀ ਚਾਹੀਦਾ ਹੈ। ਪਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਇਹਨਾਂ ਨੇ ਸੁਪਨੇ ਦਿਖਾਏ ਸੀ ਕਿ ਅਸੀਂ ਕਰਾਂਗੇ, ਫਿਰ ਲੱਗਦਾ ਕਿ ਉਹ ਸੁਪਨੇ ਤਾਂ ਫਿਰ ਟੁੱਟ ਹੀ ਜਾਣਗੇ ਲੋਕਾਂ ਦੇ। ਹਾਂ ਸੁਖਵਿੰਦਰ ਜੀ, ਉਹ ਤਾਂ ਕਲੀਅਰ ਆ, ਕਿਉਂਕਿ ਜਦੋਂ ਤੁਸੀਂ ਮੁਹੱਤ ਦੇ ਵਿੱਚ ਗਰੰਟੀਆਂ ਦੇਣੀਆਂ ਨੇ, ਜਿਸ ਤਰੀਕੇ ਨਾਲ ਇਸ ਵੇਲੇ ਸੁਪਰੀਮ ਕੋਰਟ ਵੀ ਸਖਤ ਹੋਈ ਪਈ ਹੈ ਕਿ ਚੋਣਾਂ ਤੋਂ ਪਹਿਲਾਂ ਜਿਹੜੇ ਮੁਹੱਤ ਦੇਣ ਦੇ ਵਾਅਦੇ ਨੇ, ਜੇਕਰ ਉਹ ਵਾਅਦੇ ਤੇ ਦਾਅਵੇ ਤੁਸੀਂ ਨਾ ਕਰੋ ਤਾਂ ਤੁਹਾਡੇ ਸਰਕਾਰੀ ਖਜ਼ਾਨੇ ਨੂੰ ਕੋਈ ਜਿਹੜੀ ਚੋਟ ਆ ਜਾਂ ਕੋਈ ਸੱਟ ਜਿਹੜੀ ਹੈ ਨਹੀਂ ਵੱਜਦੀ, ਤੇ ਫਿਰ ਬੀਤੇ ਸਮੇਂ ਦੇ ਵਿੱਚ ਜਿਹੜੇ ਲਏ ਗਏ ਕਰਜ਼ੇ ਨੇ ਉਹਨਾਂ ਦਾ ਭੁਗਤਾਨ ਬੜਾ ਸੌਖੇ ਤਰੀਕੇ ਨਾਲ ਹੋ ਸਕਦਾ। ਜਿਸ ਤਰੀਕੇ ਨਾਲ ਤੁਸੀਂ ਵੇਖ ਲਓ ਕਿ 4 ਮਹੀਨੇ ਸਰਕਾਰ ਬਣੀ ਨੂੰ ਹੋਏ ਨੇ, ਸਰਕਾਰ ਨੇ ਪਿਛਲਾ ਕਰਜ਼ਾ ਲਾਉਣਾ ਕੀ, ਸਰਕਾਰ ਦੇ ਹੋਰ ਕਰਜ਼ਾ ਜਿਹੜਾ ਆਪਣੇ ਸਿਰ ਤੇ ਜਿਹੜਾ ਉਹ ਚੜ ਕੇ ਬੈਠ ਗਈ ਹੈ। ਪਿਛਲਾ ਕਰਜ਼ਾ ਤੇ ਆ ਨਵਾਂ ਕਰਜ਼ਾ, ਤਾਂ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੇ, ਫਿਰ ਤਾਂ ਲੋਕਾਂ ਨੂੰ ਜਿਹੜੇ ਸੁਪਨੇ ਇਹ ਵਿਖਾਏ ਆ ਉਹ ਟੁੱਟਦੇ ਆ। ਲੋਕਾਂ ਨੂੰ ਜ਼ਰੂਰ ਦੁੱਖ ਕਿਉਂ ਨਹੀਂ ਲੱਗੂਗਾ, ਲੋਕਾਂ ਨੂੰ ਇਹਦਾ ਸੰਤਾਪ ਜਿਹੜਾ ਝਗੜਾ ਪਊਗਾ। ਕਿਉਂਕਿ ਇਸ ਵਾਰੀ ਠੀਕ ਆ, ਬਜਟ ਕਹਿੰਦੇ ਕਿ ਅਸੀਂ ਟੈਕਸ ਨਹੀਂ ਲਾਇਆ, ਜਦੋਂ ਅਗਲੀ ਵਾਰੀ ਲਾ ਦੇਣਗੇ ਜਾਂ ਹੋਰ ਤਰੀਕੇ ਨਾਲ ਜਦੋਂ ਸਰਕਾਰੀ ਅਗਰਾਈ ਹੋਣੀ ਆ ਤਾਂ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਉਸਦਾ ਜਿਹੜਾ ਬੋਝ ਆ ਉਹ ਲੋਕਾਂ ਦੀ ਜੇਬ ਤੇ ਪੈਣਾ। ਲੋਕਾਂ ਦੇ ਸੁਪਨੇ ਟੁੱਟਦੇ ਆ, ਲੋਕਾਂ ਨੂੰ ਸੁਪਨਿਆਂ ਦੇ ਵਿੱਚ ਚਲੋ ਗੋਲੀ ਬਾਹਰੋਂ ਜੋ ਵੀ ਹੋਣਾ ਆ, ਲੋਕਾਂ ਦਾ ਜਿਹੜਾ ਆਰਥਿਕ ਜੀਵਨ ਆ ਸੁਖਵਿੰਦਰ ਜੀ ਉਹ ਬੜਾ ਔਖਾ ਹੋ ਜਾਂਦਾ, ਘਰਾਂ ਦਾ ਜੀਵਨ ਨਿਰਵਾਹ ਬਹੁਤ ਔਖਾ ਹੋ ਜਾਂਦਾ। ਕਿਉਂਕਿ ਲੋਕਾਂ ਨੇ ਤੇ ਇਹ ਸੋਚਿਆ ਹੁੰਦਾ ਕਿ ਸਾਨੂੰ ਸਹੂਲਤਾਂ ਮਿਲ ਜਾਣੀਆਂ, ਸਭ ਕੁਝ ਹੋ ਜਾਣਾ, ਬਿਜਲੀ ਵੀ ਫ੍ਰੀ ਹੋ ਜਾਣੀ, ਬਿਜਲੀ ਵੀ ਮਾਫ ਹੋ ਜਾਣੀ ਹੈ, ਇਹ ਵੀ ਮਾਫ ਹੋ ਜਾਣਾ, ਉਹ ਵੀ ਮਾਫ ਹੋ ਜਾਣਾ। ਪਰ ਦੂਜੇ ਪਾਸੇ ਜਦੋਂ ਟੈਕਸਾਂ ਦੇ ਰੂਪ ਦੇ ਵਿੱਚ ਤੁਹਾਤੋਂ ਉਧਰ ਨੂੰ ਘੁਮਾ ਕੇ ਕੰਨ ਦੂਜੇ ਪਾਸੋਂ ਫੜ ਲੈਣਾ, ਕੁਦਰਤੀ ਤੌਰ ਤੇ ਫਿਰ ਲੋਕਾਂ ਦੇ ਸੁਪਨੇ, ਲੋਕਾਂ ਦਾ ਆਰਥਿਕ ਜੀਵਨ ਤਾਂ ਔਖਾ ਹੁੰਦਾ ਹੀ ਹੁੰਦਾ। ਸਰਕਾਰ ਨੂੰ ਇਹੋ ਜਿਹੀ ਚਾਹੀਦਾ ਕਿ ਉਹੋ ਜਿਹੇ ਸੁਪਨੇ ਦਿਖਾਈ ਨਾ ਜਾਣ
ਜਿਹੜਾ ਕੱਲ ਨੂੰ ਜਿਹੜੀ ਹੈ ਤਰਾਸਦੀ ਜਾਂ ਲੋਕਾਂ ਦਾ ਵਿਸ਼ਵਾਸ ਜਾਂ ਲੋਕਾਂ ਦੀ ਭਰੋਸੇਯੋਗਤਾ ਜਿਹੜੀ ਸਰਕਾਰ ਤੋਂ ਖਤਮ ਹੋਵੇ। ਜੀ ਸਾਹਿਬ, ਅਗਲੀ ਖਬਰ ਆਪਾਂ ਕਰ ਲੈਂਦੇ ਹਾਂ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਹੈ। ਆਪਾਂ ਕੁਝ ਦਿਨ ਪਹਿਲਾਂ ਖਬਰ ਕੀਤੀ ਸੀ ਕਿ 300 ਕਰੋੜ ਦਾ ਬਜਟ ਰੱਖਣ ਦੇ ਬਾਵਜੂਦ ਵੀ ਧਰਮ ਪ੍ਰਚਾਰ ਦੇ ਲਈ ਫਿਰ ਵੀ ਜਿਹੜਾ ਧਰਮ ਪਰਿਵਰਤਨ ਸਿੱਖਾਂ ਦਾ ਦੂਜੇ ਧਰਮਾਂ ਦੇ ਵਿੱਚ ਹੋ ਰਿਹਾ, ਉਹ ਖਬਰ ਵਧੀਆ ਸਾਡੀ ਜਿਹੜੀ ਆ ਚੱਲੀ। ਔਰ ਉਹਦੇ ਵਿੱਚ ਹੁਣ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਆਇਆ, ਕਹਿੰਦੇ ਕਿ ਇਹ ਸਾਰੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਇਹ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਇਹ ਰਾਜਨੀਤਿਕ ਤੋਂ ਪ੍ਰੇਰਿਤ ਹੈ। ਉਹ ਕਹਿੰਦੇ ਕਿ ਅਜਿਹੀ ਗੱਲਬਾਤ ਹੀ ਨਹੀਂ ਹੈ। ਤਾਂ ਕੀ ਲੱਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਸ ਤਰੀਕੇ ਨਾਲ ਕਹਿੰਦੇ ਆ ਕਿ ਬਾਕੀ ਉਹੋ ਜਿਹੀ ਗੱਲਬਾਤ ਹੈ ਨਹੀਂ, ਜਾਂ ਜ਼ਮੀਨੀ ਹਕੀਕਤ ਤੋਂ ਵਾਕਫ ਨਹੀਂ ਨੇ ਹਰਜਿੰਦਰ ਧਾਮੀ, ਜਾਂ ਜ਼ਮੀਨੀ ਹਕੀਕਤ ਤੋਂ ਵਾਕਫ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਇਹ ਬਿਆਨ ਦੇ ਰਹੇ ਨੇ, ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਸ਼ਾਇਦ ਜਿਹੜੀ ਸਿੱਖੀ ਤੋਂ ਜ਼ਿਆਦਾ ਟੈਨਸ਼ਨ ਕਿਸੇ ਇੱਕ ਨਿੱਜੀ ਪਰਿਵਾਰ ਦੀ ਜਾਂ ਨਿੱਜੀ ਪਾਰਟੀ ਦੀ ਲੱਗ ਰਹੀ ਹੈ। ਸੁਖਵਿੰਦਰ ਜੀ, ਬੜੀ ਸੋਹਣੀ ਤੁਸੀਂ ਇਹ ਗੱਲ ਨੂੰ ਬਿਆਨ ਕੀਤਾ, ਤੇ ਮੈਂ ਇੱਕ ਗੱਲ ਤੁਸੀਂ ਛੱਡ ਗਏ ਜੀ, ਜਿਹੜੀ ਤੁਹਾਡਾ ਪਤਾ ਨਹੀਂ ਕੀ ਗੱਲ, ਤੁਹਾਡਾ ਧਿਆਨ ਕਿਉਂ ਉਹਦੇ ਤੋਂ ਉਖੜ ਗਿਆ। ਹਰਜਿੰਦਰ ਸਿੰਘ ਧਾਮੀ ਹੁਣੀ ਕਹਿ ਰਿਹਾ ਕਿ ਸਿੱਖੀ ਨੂੰ ਕੋਈ ਖਤਰਾ ਨਹੀਂ, ਰਾਜਨੀਤਿਕ ਇਹ ਬਿਆਨਬਾਜ਼ੀ ਆ, ਰਾਜਨੀਤਿਕ ਸਟੰਟ ਹੈ ਜਿਹੜਾ ਉਹਨਾਂ ਨੇ ਇਹ ਗੱਲ ਕੀਤੀ। ਤੇ ਅੱਜ ਤੋਂ ਧਾਮੀ ਸਾਹਿਬ ਦੇ ਬਿਆਨ ਤੋਂ ਕੁਝ ਦਿਨ ਪਹਿਲਾਂ, ਇਸ ਬਿਆਨ ਤੋਂ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਸਿੱਖੀ ਨੂੰ ਖਤਰਾ ਤੇ ਸਿੱਖ ਜਿਹੜੇ ਨੇ ਅਸਾਈ ਬਣਦੇ ਜਾ ਰਹੇ ਆ, ਅਸਾਈਅਤ ਦਾ ਜ਼ੋਰ ਹੋ ਰਿਹਾ। ਇਹ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦੀ ਰਿਕਾਰਡਡ ਸਟੇਟਮੈਂਟ ਆ। ਤੇ ਉਸ ਵਕਤ ਇਸ ਖਬਰ ਦੇ ਉੱਤੇ ਬਹੁਤ ਰੌਲਾ ਜਿਹੜਾ ਪਿਆ ਸੀ। ਤੇ ਜੇ ਹੁਣ ਜਥੇਦਾਰ ਧਾਮੀ ਹੋਣਾ ਦਾ ਇਹ ਬਿਆਨ ਆ ਗਿਆ ਤਾਂ ਇਸ ਦਾ ਮਤਲਬ ਜਾਂ ਫਿਰ ਜਥੇਦਾਰ ਅਕਾਲ ਤਖਤ ਝੂਠ ਬੋਲਦੇ ਨੇ ਤੇ ਜਾਂ ਧਾਮੀ ਸਾਹਿਬ ਝੂਠ ਬੋਲਦੇ, ਦੋਵਾਂ 'ਚ ਇੱਕ ਬੰਦਾ ਤਾਂ ਫਿਰ ਝੂਠ ਬੋਲਦਾ ਹੀ ਬੋਲਦਾ। ਤੇ ਮੇਰਾ ਨਹੀਂ ਖਿਆਲ ਕਿ ਇੱਕ ਉਸ ਮਹਾਨ ਜਿਹੜਾ ਅਕਾਲ ਤਖਤ ਆ, ਇੱਕ ਮਹਾਨ ਪਦਵੀ ਹੈ ਉਸ ਜਥੇਦਾਰ ਦੀ, ਤੇ ਉਸ ਪਦਵੀ ਤੇ ਬੈਠ ਕੇ ਜਥੇਦਾਰ ਸਾਹਿਬ ਝੂਠ ਬੋਲਦੇ ਹੋਣ। ਜਦ ਤੱਕ ਮੇਰੀ ਸਮਝ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਝੂਠ ਬੋਲਦੇ ਹੋਣ। ਤੇ ਧਾਮੀ ਸਾਹਿਬ ਦਾ ਵੀ ਜਿਹੜੀ ਪੋਜੀਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਦੀ ਹੈ, ਤੇ ਜੇਕਰ ਇਹਨਾਂ ਨੇ ਇਹ ਗੱਲ ਕਹੀ ਆ ਤਾਂ ਫਿਰ ਇਹਨਾਂ ਦੇ ਬੋਲ ਸੱਚੇ ਲੱਗਦੇ, ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਝੂਠ ਬੋਲਦੇ ਆ। ਕੁਝ ਨਾ ਕੁਝ ਤਾਂ ਫਿਰ ਇਹਦੇ 'ਚ ਇੱਕ ਤਾਂ ਪਹਿਲਾਂ ਇਹ ਕਲੀਅਰ ਕਰ ਲੈਣਾ ਚਾਹੀਦਾ ਕਿ ਇਹਨਾਂ ਦੇ ਵਿੱਚੋਂ ਕਿਹੜੇ ਬਿਆਨ ਦੇ ਉੱਤੇ ਅਸੀਂ ਸੱਚ ਮੰਨਣਾ, ਜਥੇਦਾਰ ਸਾਹਿਬ ਨੂੰ ਠੀਕ ਮੰਨਣਾ ਆ, ਤੇ ਜਾਂ ਅਸੀਂ ਪ੍ਰਧਾਨ ਸਾਹਿਬ ਨੂੰ ਸੱਚ ਮੰਨੀਏ, ਕਿਹਨਾਂ ਦਾ ਬਿਆਨ ਸਹੀ ਹੈ। ਇਹ ਤਾਂ ਸੁਖਵਿੰਦਰ ਜੀ ਹੋ ਗਏ ਜਥੇਦਾਰ ਸਾਹਿਬ ਦਾ ਬਿਆਨ। ਬਾਕੀ ਜਿਹੜੀ ਗੱਲ ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਧਾਮੀ ਸਾਹਿਬ ਦਾ ਇਹ ਬਿਆਨ ਜਿਹੜਾ ਆਇਆ ਕਿ ਵੇਖੋ ਜੀ ਇਹੋ ਜਿਹਾ ਕੋਈ ਖਤਰਾ ਨਹੀਂ, ਸਿੱਖੀ ਦਾ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ, ਜਿਹੜੇ ਸਰਹੱਦੀ ਖੇਤਰ ਨੇ ਉਹਨਾਂ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ, ਜਿਸ ਤਰੀਕੇ ਦਾ ਉਹਨਾਂ ਦਾ ਬਿਆਨ ਮੈਂ ਪੜ੍ਹਿਆ ਮੈਨੂੰ ਬੜੀ ਹੈਰਾਨਗੀ ਹੋਈ। ਤੇ ਮੈਂ ਉਸੇ ਵਕਤ ਮੇਰੇ ਸਟ੍ਰਾਈਕ ਜਿਹੜੀ ਕੀਤੀ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦੇ ਉਹ ਬਿਆਨ ਵੀ ਨਾਲ ਆ ਗਿਆ। ਸੁਖਵਿੰਦਰ ਜੀ, ਇਸ ਵੇਲੇ ਜਿਹੜੀ ਅਕਾਲੀ ਦਲ ਦੀ ਸਥਿਤੀ ਆ ਬਹੁਤ ਇਸ ਵੇਲੇ ਅਸੀਂ ਕਹਿ ਸਕਦੇ ਮਾੜੀ ਹੈ। ਤੇ ਦੂਸਰੇ ਬੰਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਇੱਕ ਤਰੀਕੇ ਨਾਲ ਐਲਾਨ ਜਿਹੜਾ ਕਰ ਦਿੱਤਾ ਤੇ ਤਿਆਰੀਆਂ ਕਰਦੀਆਂ ਸ਼ੁਰੂ ਕਰ ਦਿੱਤੀਆਂ, ਤੇ ਇਹ ਸਮਝਿਆ ਜਾ ਰਿਹਾ ਕਿ ਇਹ ਚੋਣਾਂ ਦਸੰਬਰ ਜਾਂ ਜਨਵਰੀ 'ਚ ਹੋ ਸਕਦੀਆਂ। ਉਹਨਾਂ ਨੂੰ ਲੈ ਕੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਨੂੰ ਸਭ ਤੋਂ ਜ਼ਿਆਦਾ ਜਿਹੜੀ ਚਿੰਤਾ ਨਾ ਉਹ ਸਤਾ ਰਹੀ ਹੈ ਕਿ ਜਿਸ ਤਰੀਕੇ ਦੇ ਸਮੀਕਰਨ ਬਦਲਦੇ ਪਏ ਆ ਸਿੱਖੀ ਦੇ ਜਾਂ ਪੰਥਕ ਮੁੱਦਿਆਂ ਦੇ ਵਿੱਚ, ਸਿੱਖ ਹਲਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੋਂ ਬਾਹਰ ਪੈਂਦਾ ਜਾ ਰਿਹਾ ਜਾਂ ਬਾਹਰ ਹੁੰਦਾ ਜਾ ਰਿਹਾ, ਕੱਲ੍ਹ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਚੋਣਾਂ ਹੋਣਗੀਆਂ ਤਾਂ ਪੰਜਾਬ ਦੇ ਸਿੱਖਾਂ ਦਾ ਰੁਖ ਕਿਹੋ ਜਿਹਾ ਹੋਏਗਾ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਛੱਡਣੀ ਪਏਗੀ? ਜਿਹੜਾ ਵੱਡਾ ਡਰ ਆ ਇਸ ਵੇਲੇ ਬਾਦਲ ਪਰਿਵਾਰ ਨੂੰ ਇਹ ਸਤਾ ਰਿਹਾ, ਤਾਂ ਉਹਨਾਂ ਨੂੰ ਪਤਾ ਵੀ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਕਿਸ ਹੱਦ ਤੱਕ ਉਹਨਾਂ ਨਾਲ ਨਾਰਾਜ਼ ਨੇ। ਸੋ ਇਹ ਸਾਰੀ ਸਥਿਤੀ ਦੇ ਵਿੱਚ ਹਰਚਰਨ ਸਿੰਘ ਧਾਮੀ ਦਾ ਇਹ ਬਿਆਨ ਉਹਨਾਂ ਨੇ ਦਿੱਤਾ ਨਹੀਂ ਹੈ, ਇਹ ਬਿਆਨ ਉਹਨਾਂ ਨੂੰ ਦਬਾਇਆ ਗਿਆ, ਉਸੇ ਤਰੀਕੇ ਨਾਲ ਦਬਾਇਆ ਗਿਆ ਜਿਸ ਤਰੀਕੇ ਦੇ ਨਾਲ, ਧਿਆਨ ਨਾਲ ਇਸ ਗੱਲ ਨੂੰ ਸੁਣਨਾ, ਜਿਸ ਤਰੀਕੇ ਦੇ ਨਾਲ ਇੱਕ ਵਾਰ ਜਥੇਦਾਰ ਗੁਰਬਚਨ ਸਿੰਘ ਦੇ ਰਾਹੀਂ ਮਾਫੀ ਦਵਾ ਦਿੱਤੀ ਜਾਂਦੀ ਹੈ ਰਾਮ ਰਹੀਮ ਨੂੰ, ਤੇ ਬਾਅਦ ਦੇ ਵਿੱਚ ਲੋਕਾਂ ਦਾ ਜਦੋਂ ਦਬਾਅ ਪੈਂਦਾ ਤਾਂ ਉਸੇ ਜਥੇਦਾਰ ਨੂੰ ਸੱਦ ਕੇ ਤੇ ਉਹ ਮਾਫੀ ਵਾਪਸ ਕਰਵਾਈ ਜਾਂਦੀ ਹੈ। ਹੁਣ ਸਥਿਤੀ ਬਿਲਕੁਲ ਸੇਮ ਮੈਨੂੰ ਇਸੇ ਤਰ੍ਹਾਂ ਲਿਖੇ ਦੀ ਲੱਗਦੀ ਹੈ ਕਿ ਪਹਿਲਾਂ ਤਾਂ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਕੋ ਇਹ ਬਿਆਨ ਦਵਾ ਦਿੱਤਾ ਜਾਂਦਾ ਕਿ ਤੁਸੀਂ ਇਹ ਬਿਆਨ ਦੇਣਾ, ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਹੋਣੀ ਆਪਣੇ ਪੱਧਰ ਤੇ ਅੱਜ ਤੱਕ ਨਾ ਤਾਂ ਉਹਨਾਂ ਨੇ ਬਿਆਨ ਦਿੱਤਾ ਤਾਂ ਨਾ ਹੀ ਉਹ ਦੇਣ ਦੇ ਸਮਰੱਥ ਹੈਗੇ ਜੋ ਉਹਨਾਂ ਦੀ ਪੋਜੀਸ਼ਨ ਹੈਗੀ ਹੈ। ਪਹਿਲਾਂ ਤਾਂ ਉਹ ਬਿਆਨ ਦਵਾਤਾ
ਕਿ ਈਸਾਈਅਤ ਦਾ ਪ੍ਰਚਾਰ ਹੋ ਰਿਹਾ, ਈਸਾਈਅਤ ਤੋਂ ਪੰਜਾਬ 'ਚ ਸਿੱਖੀ ਨੂੰ ਖਤਰਾ। ਤੇ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਣੀ ਗਲਤੀ ਦਰ ਗਲਤੀ ਕਰਦੇ ਰਹੇ ਆ, ਜਦੋਂ ਵੇਖਿਆ ਕਿ ਇਸ ਬਿਆਨ ਦਾ ਪ੍ਰਤੀਕਰਮ ਕੋਈ ਖਾਸ ਹੋਇਆ ਨਹੀਂ, ਤੇ ਅਖਬਾਰਾਂ 'ਚ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਰਮ ਪ੍ਰਚਾਰ ਕਮੇਟੀ ਦੇ ਜਿਹੜਾ 70 ਕਰੋੜ ਦਾ ਜਿਹੜਾ ਬਜਟ ਆ ਤੇ 300 ਕਰੋੜ ਦਾ ਟੋਟਲ ਬਜਟ ਆ, ਸਾਰੇ ਨੂੰ ਲੋਕਾਂ ਨੇ ਨੰਗਿਆ ਕਰਨਾ ਸ਼ੁਰੂ ਕਰ ਦਿੱਤਾ। ਤਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਇਹ ਸਟੇਟਮੈਂਟ ਜਿਹੜੀ ਆ ਫਿਰ ਉਹਨਾਂ ਨੂੰ ਦਵਾਤੀ। ਪਰ ਇਹ ਉਸੇ ਤਰੀਕੇ ਦੀ ਗਲਤੀ ਆ ਕਿ ਪਹਿਲਾਂ ਕੁਝ ਕਰਵਾਤਾ ਫਿਰ ਕੁਝ ਕਰਵਾਤਾ। ਇਹਦੇ ਨਾਲ ਸੁਖਵਿੰਦਰ ਜੀ ਬੜੀ ਵੱਡਾ ਪ੍ਰਸ਼ਨ ਜਿਹੜਾ ਇਹ ਪੈਦਾ ਹੁੰਦਾ ਕਿ ਜਥੇਦਾਰ ਅਕਾਲ ਤਖਤ ਜਿਹੜੇ ਨੇ ਹਰਪ੍ਰੀਤ ਸਿੰਘ, ਕੀ ਉਹ ਝੂਠ ਬੋਲੇ? ਜਥੇਦਾਰ ਧਾਮੀ ਸਾਹਿਬ ਸੱਚ ਬੋਲਦੇ ਨੇ। ਪ੍ਰਸ਼ਨ ਇਹ ਹੈ ਕਿ ਇਹਨਾਂ 'ਚ ਸੱਚਾ ਕਿਹੜਾ ਤੇ ਝੂਠਾ ਕਿਹੜਾ, ਕਿਉਂਕਿ ਜਿਸ ਪਦਵੀ ਤੇ ਉਹ ਬੈਠੇ ਨੇ। ਪੂਰੇ ਮਾਮਲੇ ਨੂੰ ਲੈ ਕੇ ਜੀ ਮੈਂ ਸੁਣਿਆ ਨਹੀਂ ਜੀ। ਆਪਸ 'ਚ ਹੀ ਉਲਝ ਗਏ ਪੂਰੇ ਮਾਮਲੇ ਨੂੰ ਲੈ ਕੇ, ਆਪਣੇ ਬਿਆਨ ਦੇ ਵਿੱਚ ਆਪਣੇ ਹੀ ਜਾਲਾਂ ਦੇ ਵਿੱਚ ਫਸ ਗਏ। ਬਿਲਕੁਲ ਬਿਲਕੁਲ, ਇਹ ਉਸੇ ਤਰੀਕੇ ਨਾਲ ਉਲਝ ਗਏ ਨਾ। ਮੈਂ ਜਿਸ ਤਰੀਕੇ ਦੀ ਸਥਿਤੀ 2012 ਦੀ ਬਿਆਨ ਕੀਤੀ ਹੈ, ਪਹਿਲਾਂ ਮਾਫੀ ਦਵਾਤੀ ਫਿਰ ਮਾਫੀ ਵਾਪਸ ਲੈ ਲਈ। ਇਹ ਜੋ ਆ ਬਿਆਨ ਜਿਹੜਾ ਸਾਹਮਣੇ ਆਇਆ ਹਰਚਰਨ ਸਿੰਘ ਧਾਮੀ ਹੋਣਾ ਦਾ, ਇਹ ਬਿਆਨ ਸਾਫ਼ ਦੱਸਦਾ ਆ ਕਿ ਇਹ ਬਿਆਨ ਉਹਨਾਂ ਨੇ ਦਿੱਤਾ ਨਹੀਂ ਆ, ਇਹ ਬਿਆਨ ਉਹਨਾਂ ਕੋਲ ਦਬਾਇਆ ਗਿਆ। ਹੁਣ ਬਿਆਨ ਦਬਾਇਆ ਗਿਆ ਜਾਂ ਦਿੱਤਾ ਗਿਆ ਇਹ ਵੀ ਅਲੱਗ ਵਿਸ਼ਾ, ਪਰ ਸੁਖਵਿੰਦਰ ਜੀ ਇਹਦੇ ਨਾਲ ਇਹ ਗੱਲ ਸਾਫ਼ ਹੋ ਗਈ ਕਿ ਪੰਜਾਬ ਦੇ ਵਿੱਚ ਸਿੱਖੀ ਜਾਂ ਸਿੱਖ ਧਰਮ ਨੂੰ ਖਤਰਾ ਜ਼ਰੂਰ ਆ। ਪ੍ਰਚਾਰ ਜਿਹੜਾ ਤੇ ਨੰਬਰ 2 ਜਿਹੜਾ 300 ਕਰੋੜ ਦਾ ਜਿਹੜਾ ਅਸਲ 'ਚ ਇਹ ਬਿਆਨ ਦੇਣ ਦੀ ਲੋੜ ਨਹੀਂ ਸੀ ਸੁਖਵਿੰਦਰ ਜੀ, ਇਹ ਬਿਆਨ ਚੁੱਪ-ਚਾਪ ਚੱਲਦਾ ਰਹਿਣਾ ਸੀ। ਜਦੋਂ ਇਹ ਬਿਆਨ ਤਾਂ ਦਵਾਇਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਸ ਬਜਟ ਦੀ ਗੱਲ ਕੀਤੀ ਗਈ, 300 ਕਰੋੜ ਰੁਪਇਆ ਜਿਹੜਾ ਰੱਖਿਆ ਗਿਆ ਤੇ 70 ਕਰੋੜ ਕੇਵਲ ਧਰਮ ਪ੍ਰਚਾਰ ਕਮੇਟੀ ਵਾਸਤੇ ਹੀ ਖਰਚਿਆ ਜਾਂਦਾ। ਤੇ ਜੇਕਰ 70 ਕਰੋੜ ਰੁਪਇਆ ਖਰਚਿਆ ਜਾਂਦਾ ਤੇ ਫਿਰ ਉਹਦੇ ਬਾਵਜੂਦ ਇੰਨਾ ਕੁਝ ਸਿੱਖੀ ਫਿਰ ਖੰਡਿਤ ਵਾਪਰਦਾ। ਸਿੱਖੀ ਦੇ ਵਿੱਚ ਸੇਂਧ ਲੱਗ ਰਹੀ ਆ, ਸਿੱਖ ਜਿਹੜੇ ਨੇ ਵੱਖ-ਵੱਖ ਧਰਮਾਂ 'ਚ ਜਾ ਰਹੇ ਨੇ, ਉਹ 70 ਕਰੋੜ ਕਿੱਥੇ ਜਾਂਦਾ? ਉਸ 70 ਕਰੋੜ ਨੂੰ ਜਸਟੀਫਾਈ ਕਰਨ ਵਾਸਤੇ ਹੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਬਿਆਨ ਜਿਹੜਾ ਨਾ ਇਹ ਦਵਾਇਆ ਗਿਆ ਆ ਕਿ ਤੁਸੀਂ ਇਹ ਬਿਆਨ ਦਿਓ। ਘੱਟੋ ਘੱਟ ਉਹ ਜਿਹੜੇ ਪੈਸੇ ਨੇ ਉਹਨਾਂ ਦੀ ਗੱਲਬਾਤ ਨਾ ਹੋਵੇ, ਬਾਕੀ ਕੋਈ ਗੱਲ ਨਹੀਂ, ਜਥੇਦਾਰ ਸਾਹਿਬ ਨੂੰ ਫਿਰ ਬਣਾ ਲਿਆ ਜਾਵੇਗਾ। ਇਹਦੇ ਪਿੱਛੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਜ਼ਮੀਨੀ ਹਕੀਕਤ ਹੈ, ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦਾ ਬਿਆਨ ਪ੍ਰਧਾਨ ਸਾਹਿਬ ਦਾ ਆਇਆ, ਮੈਨੂੰ ਲੱਗਦਾ ਕਿ ਉਹ ਜ਼ਮੀਨੀ ਹਕੀਕਤ ਤੋਂ ਵਾਕਿਫ ਨਹੀਂ, ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ 70 ਕਰੋੜ ਨੂੰ ਉਸ ਪੈਸੇ ਨੂੰ ਜਸਟੀਫਾਈ ਕਰਨ ਦੇ ਲਈ ਉਹਨਾਂ ਨੇ ਇਹ ਬਿਆਨ ਦਿੱਤਾ। ਪਰ ਗੱਲ ਇਹ ਹੈ ਨਾ ਅੰਕ ਸਾਹਿਬ, ਇਹ ਤੋਂ ਸਾਫ਼ ਹੈ ਕਿ ਇਹ ਪੂਰੇ ਤਰੀਕੇ ਦੇ ਨਾਲ ਫੇਲ ਸਾਬਤ ਹੋਏ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਸਿੱਖੀ ਖਤਮ ਹੋ ਰਹੀ ਹੈ, ਸਿੱਖੀ ਨਹੀਂ ਖਤਮ ਹੋ ਰਹੀ, ਸਿੱਖੀ ਨੂੰ ਬਚਾਉਣ ਵਾਲੇ ਲੋਕ ਜਿਹੜੇ ਆ ਖਤਮ ਹੋ ਰਹੇ ਆ। ਅਣਖੀ ਸਾਹਿਬ ਮੈਂ ਇਹ ਕਹਿਣਾ ਚਾਹੂੰਗਾ, ਕਿਉਂਕਿ ਇਹਨਾਂ ਦੀ ਜਿਹੜੀ ਨੀਅਤ ਹੈ ਅਣਖੀ ਸਾਹਿਬ, ਦੇਖੋ ਆਪਾਂ ਕਿਸੇ ਦੂਜੇ ਧਰਮ ਨੂੰ ਦੋਸ਼ ਨਹੀਂ ਦੇ ਸਕਦੇ। ਦੂਜੇ ਧਰਮ ਦੇ ਵਿੱਚ ਜੇ ਆਪਣੇ ਬੰਦੇ ਜਾ ਰਹੇ ਆ ਤਾਂ ਆਪਾਂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਉਹ ਆਪਣੇ ਧਰਮ ਦਾ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ, ਔਰ ਅਸੀਂ ਵੀ ਚਾਹਾਂਗੇ ਕਿ ਸਾਡੇ ਧਰਮ ਦੇ ਵਿੱਚ ਵੀ ਲੋਕ ਜਿਹੜੇ ਆਉਣ। ਜੇ ਅਸੀਂ ਚੰਗਾ ਪ੍ਰਚਾਰ ਕਰਾਂਗੇ ਤਾਂ ਉਹ ਵੀ ਆਪਣੇ ਧਰਮ ਦੇ ਵਿੱਚ ਲੋਕਾਂ ਨੂੰ ਲਿਜਾ ਰਹੇ ਨੇ, ਉਹ ਆਪਣਾ ਕੰਮ ਜਿਹੜਾ ਉਹ ਕਰ ਰਹੇ ਨੇ। ਆਪਾਂ ਉਹਨੂੰ ਦੋਸ਼ੀ ਨਹੀਂ ਮੰਨ ਸਕਦੇ। ਦੋਸ਼ੀ ਤਾਂ ਅਸੀਂ ਉਹ ਲੋਕਾਂ ਨੂੰ ਮੰਨ ਰਹੇ ਹਾਂ ਜਿਹੜੇ ਲੋਕਾਂ ਦੇ ਸਿਰ ਤੇ ਉੱਪਰ ਜ਼ਿੰਮੇਵਾਰੀ ਹੈ, ਜਿਹੜੇ ਲੋਕ ਖਰਬਾਂ ਰੁਪਇਆ ਲੈ ਕੇ ਬੈਠੇ ਨੇ ਕਿ ਅਸੀਂ ਸਿੱਖੀ ਦੇ ਠੇਕੇਦਾਰ ਹਾਂ। ਫਿਰ ਵੀ ਜਿਹੜੇ ਇਸ ਤਰੀਕੇ ਨਾਲ ਲੋਕ ਧਰਮ ਛੱਡ ਕੇ ਜਾ ਰਹੇ ਨੇ, ਮੈਨੂੰ ਚੇਤਾ ਆ ਰਿਹਾ ਸਿੱਧੂ ਮੂਸੇਵਾਲੇ ਦੀਆਂ ਉਹ ਲਾਈਨਾਂ ਜਿਹੜੀਆਂ ਥੋੜੀਆਂ ਜਿਹੀਆਂ ਮੈਂ ਪ੍ਰੋਪਰ ਚੇਤੇ ਨਹੀਂ, ਪਰ ਮੈਂ ਉਹਦੀ ਮਨਸ਼ਾ ਦੱਸ ਦੇਣਾ। ਉਹਨੇ ਕਿਹਾ ਸੀਗਾ ਕਿ ਠੇਕੇਦਾਰ ਤਾਂ ਤੁਸੀਂ ਬਣ ਜਾਂਦੇ ਹੋ, ਧਰਮ ਦੇ ਠੇਕੇਦਾਰ ਤਾਂ ਤੁਸੀਂ ਬਣੇ ਹੋਏ ਹੋ, ਪਰ ਇਹੋ ਜਿਹੀ ਠੇਕੇਦਾਰੀ ਤੁਸੀਂ ਕਰ ਰਹੇ ਹੋ, ਤੁਹਾਡੇ ਤੋਂ ਹੀ ਦੁਖੀ ਉਹ ਲੋਕਾਂ ਨੇ ਧਰਮ ਛੱਡ ਕੇ ਦੂਜੇ ਵਾਲੇ ਪਾਸੇ ਨੂੰ ਜਾ ਰਹੇ ਨਾ। ਉਹੀ ਗੱਲਾਂ ਜਿਹੜੀਆਂ ਹੁਣ ਸਾਬਤ ਹੁੰਦੀਆਂ ਦਿਖਾਈ ਦੇ ਰਹੀਆਂ। ਬਿਲਕੁਲ ਸੁਖਵਿੰਦਰ ਜੀ, ਇਹ ਤਾਂ ਸਾਫ਼ ਚਿੱਟੀ ਸਾਫ਼ ਗੱਲ ਆ ਕਿ ਹਰਚਰਨ ਸਿੰਘ ਧਾਮੀ ਹੁਣੀ ਜ਼ਮੀਨੀ ਹਕੀਕਤ ਤੋਂ ਜਾਣੂ ਨਹੀਂ ਆ। ਜੇ ਵਾਕਿਆ ਹੀ ਆ ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਜੇਕਰ ਇੱਕ ਧਰਮ ਵਾਲਾ ਆਪਣੇ ਧਰਮ ਦੀਆਂ ਚੰਗੀਆਂ ਗੱਲਾਂ ਕਰਦਾ ਰਹੇ ਤਾਂ ਸਾਡੇ ਧਰਮ ਵਾਲਿਆਂ ਨੂੰ ਚਾਹੀਦਾ, ਦੂਜੇ ਧਰਮ ਨੂੰ ਚਾਹੀਦਾ ਕਿ ਤੁਸੀਂ ਆਪਣੇ ਧਰਮ 'ਚ ਅਜਿਹੀਆਂ ਚੀਜ਼ਾਂ ਪੈਦਾ ਕਰੋ ਕਿ ਲੋਕੀ ਦੂਜੇ ਧਰਮ ਤੋਂ ਪ੍ਰਭਾਵਿਤ ਹੋ ਕੇ ਉਧਰ ਨਾ ਜਾਣ। ਬਿਲਕੁਲ ਸਾਫ਼ ਤੇ ਸਪਸ਼ਟ ਗੱਲ ਆ ਕਿ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਤੌਰ ਤੇ ਫੇਲ ਹੋਈ ਆ। ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ। ਬਹੁਤ ਸੋਹਣੀ ਤੁਸੀਂ ਗੱਲ ਕੀਤੀ ਆ। ਜੇ ਲੋਕ ਅੱਜ ਕੱਲ੍ਹ ਡੇਰਿਆਂ ਵੱਲ ਜਾਂਦੇ ਆ ਤਾਂ ਸੁਖਵਿੰਦਰ ਜੀ ਡੇਰਿਆਂ ਵੱਲ ਜਾਣ ਦਾ ਸਿਰਫ ਤੇ ਸਿਰਫ ਲੋਕਾਂ ਦਾ ਇਹ ਮੰਤਵ ਹੁੰਦਾ ਕਿ ਲੋਕਾਂ ਨੂੰ ਉੱਥੇ ਇਹੋ ਜਿਹੀਆਂ ਸਹੂਲਤਾਂ ਜਾਂ ਇਹੋ ਜਿਹਾ ਉੱਥੇ ਵਾਤਾਵਰਨ ਦਿੱਤਾ ਜਾਂਦਾ ਜਿੱਥੇ ਉਹ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਹਰ ਪੱਖ ਤੋਂ ਮਹਿਸੂਸ ਕਰਦਾ, ਕੋਈ ਵੀ ਡੇਰਾ ਹੋਵੇ। ਤਾਂ ਜੇਕਰ ਉਹ ਚਾਹੇ ਉਹ ਡੇਰਾ ਆ ਚਾਹੇ ਉਹ ਦੂਜਾ ਧਰਮ ਆ, ਜਿੱਥੇ ਇੱਕ ਵਿਅਕਤੀ ਆਪਣੇ ਧਰਮ ਨੂੰ ਛੱਡ ਕੇ ਉੱਥੇ ਜਾਂਦਾ ਤਾਂ ਕੁਦਰਤੀ ਤੌਰ ਤੇ ਫਿਰ ਉਸ ਧਰਮ ਦੇ ਜਿਹੜੇ ਠੇਕੇਦਾਰ ਬਣੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਨੂੰ ਬਚਾਉਣਾ ਆ, ਕੋਈ ਵੀ ਧਰਮ ਹੋਵੇ, ਫਿਰ ਜ਼ਿੰਮੇਵਾਰੀ ਉਹਨਾਂ ਦੀ ਨਿਹਾਇਤ ਹੁੰਦੀ ਆ। ਤੇ ਉਹ ਜੇਕਰ ਜ਼ਿੰਮੇਵਾਰੀ ਉਹਨਾਂ ਨੇ ਠੀਕ ਤਰੀਕੇ ਨਾਲ ਨਹੀਂ ਨਿਭਾਈ
ਤਾਂ ਕੁਦਰਤੀ ਤੌਰ ਤੇ ਫਿਰ ਉਹਨਾਂ ਤੇ ਸਵਾਲ ਕਰਦੇ ਜਿਹੜੇ ਬਣਦੇ ਨੇ ਤਾਂ ਹੁਣੇ ਵੀ ਚਾਹੀਦੇ ਨੇ। ਤਾਂ ਇਸ ਸੰਬੰਧ ਦੇ ਵਿੱਚ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਅਸਫਲ ਰਹੀ ਆ ਤਾਂ ਇਸ ਦਾ ਪੂਰਨ ਤੌਰ ਤੇ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਜਿਹਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਗੇ ਵੀ ਪੰਥਕ ਧਿਰਾਂ ਨੂੰ ਜਾਂ ਪੰਥਕ ਜਿਹੜੇ ਮੁੱਦੇ ਨੇ ਬਹੁਤ ਢਾਹ ਜਿਹੜੀ ਲਾਈ ਹੈ, ਤੇ ਜਿਸ ਤਰੀਕੇ ਦਾ ਆ ਜਿਹੜਾ ਬਿਆਨ ਜਿਹੜਾ ਸਾਹਮਣੇ ਆਇਆ ਧਾਮੀ ਸਾਹਿਬ ਦਾ, ਕੁਦਰਤੀ ਤੌਰ ਤੇ ਇਹਦੇ ਨਾਲ ਵੀ ਜਿਹੜੇ ਚਿੰਤਕ ਨੇ, ਸਿੱਖ ਚਿੰਤਕ ਨੇ ਜਾਂ ਜਿਹੜੇ ਲੋਕ ਆਪਣੇ ਧਰਮ ਦੇ ਪ੍ਰਤੀ ਚਿੰਤਾ ਕਰਨ ਵਾਲੇ ਲੋਕ ਨੇ, ਉਹ ਜ਼ਰੂਰ ਗੰਭੀਰ ਹੋ ਕੇ ਇਹਦੇ ਪ੍ਰਤੀ ਪ੍ਰਸ਼ਨ ਜਿਹੜੇ ਨੇ ਉਠਾਉਣਗੇ ਔਰ ਉਠਾਉਣੇ ਵੀ ਚਾਹੀਦੇ ਨੇ ਜੀ। ਬਿਲਕੁਲ ਕਾਂਟ ਸਾਹਿਬ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ, ਧੰਨਵਾਦ।